प्यारे विद्यार्थियों, मैं इंद्रप्रीत सिंह धामी, पंजाबी मास्टर सरकारी सैकेंडरी स्कूल दुबली, जिला तरनताਰਨ ਤੋਂ ਅੱਜ ਤੁਹਾਡੇ ਨਾਲ ਗੱਲ ਕਰਾਂਗਾ ਮੈਟ੍ਰਿਕ ਸ਼੍ਰੇਣੀ ਵਿੱਚ ਲੱਗੇ ਨਾਵਲ ਇੱਕ ਹੋਰ ਨਵਾਂ ਸਾਲ ਦੇ ਭਾਗ 2 ਦੁਪਹਿਰ ਬਾਰੇ। ਬੇਟਾ, ਇਹ ਨਾਵਲ ਨਿਰੰਜਨ ਤਸਲੀਮ ਹੋਰਾਂ ਦਾ ਲਿਖਿਆ ਹੈ ਤੇ ਪਿੱਛੇ ਤੁਸੀਂ ਇਸ ਨਾਵਲ ਦਾ ਪਹਿਲਾ ਕਾਂਡ ਦੇਖ ਚੁੱਕੇ ਹੋ, ਪੜ੍ਹ ਚੁੱਕੇ ਹੋ। ਉਸ ਦਾ ਨਾਂ ਸੀ ਸਵੇਰ। ਨਾਵਲਕਾਰ ਨੇ, ਲੇਖਕ ਨੇ ਇਸ ਨਾਵਲ ਨੂੰ 3 ਹਿੱਸਿਆਂ ਵਿੱਚ ਵੰਡਿਆ ਹੈ: ਸਵੇਰ, ਦੁਪਹਿਰ ਤੇ ਸ਼ਾਮ। ਠੀਕ ਉਂਝ ਜਿਵੇਂ ਇੱਕ ਬੰਦੇ ਦੀ ਜ਼ਿੰਦਗੀ 3 ਹਿੱਸਿਆਂ 'ਚ ਵੰਡੀ ਹੁੰਦੀ ਹੈ, ਉਹ ਆ ਬੇਟਾ ਬਚਪਨ, ਜਵਾਨੀ ਤੇ ਬੁਢਾਪਾ। ਨਾਵਲਕਾਰ ਨਿਰੰਜਨ ਤਸਲੀਮ ਨੇ ਇਹਨਾਂ 3 ਹਿੱਸਿਆਂ 'ਚ ਇਸ ਨਾਵਲ ਨੂੰ ਸਿਰਫ ਉਸ ਨਾਵਲ ਦੇ ਮੁੱਖ ਪਾਤਰ ਬੰਤੇ ਦੀ ਜ਼ਿੰਦਗੀ ਦੇ ਆਧਾਰ ਤੇ 3 ਭਾਗਾਂ 'ਚ ਵੰਡਿਆ। ਨਾਵਲ ਦਾ ਜਿਹੜਾ ਪਾਤਰ ਹੈ ਬੰਤਾ, ਕਿਰਤੀ ਬੰਦਾ ਹੈ, ਮਜ਼ਦੂਰ ਬੰਦਾ ਹੈ, ਰਿਕਸ਼ਾ ਚਾਲਕ ਹੈ। ਸਾਰਾ ਦਿਨ ਮਿਹਨਤ ਕਰਦਾ ਹੈ ਤੇ ਉਸ ਮਿਹਨਤ ਨਾਲ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਪਿਛਲੇ ਕਾਂਡ ਵਿੱਚ ਤੁਸੀਂ ਪੜ੍ਹਿਆ ਸੀਗਾ ਕਿ ਕਿਵੇਂ ਉਹ ਸਵੇਰੇ ਤੜਕੇ ਉੱਠਦਾ ਹੈ ਤੇ 6 ਵਜੇ ਉਹਨੇ ਸਟੇਸ਼ਨ 'ਤੇ ਜ਼ਰੂਰ ਪਹੁੰਚਣਾ, ਉਹਦਾ ਨੇਮ ਆ। ਕਾਰਨ ਇਹ ਆ ਵੀ ਉੱਥੇ ਜਿਹੜੀ ਟ੍ਰੇਨ ਕਾਲਕਾ ਮੇਲ ਆਉਂਦੀ ਹੈ, ਉਹਦੀਆਂ ਸਵਾਰੀਆਂ ਦੀ ਚਿੰਤਾ ਤੋਂ ਉਹ ਭਲੀ ਭਾਂਤ ਵਾਕਫ ਆ ਕਿ ਉਹਨਾਂ ਨੂੰ ਉਸ ਵੇਲੇ ਕੋਈ ਹੋਰ ਰਕਸ਼ਾ 'ਚ ਕੋਈ ਇਹੋ ਜਿਹੀ ਚੀਜ਼ ਨਹੀਂ ਮਿਲਦੀ ਜਿੰਨੀਆਂ ਕੁ ਨੂੰ ਮਿਲਦੀ ਹੈ, ਅਤੇ ਉਹਨੂੰ ਚਾਹੁੰਦਾ ਵੀ ਟਿਕਾਣੇ 'ਤੇ ਛੱਡ ਆਵੇ। ਸਾਰਾ ਦਿਨ ਠੰਡ ਦੇ ਵਿੱਚ ਉਹ ਵੱਖ-ਵੱਖ ਸਵਾਰੀਆਂ ਨੂੰ ਉਹਨਾਂ ਦੇ ਟਿਕਾਣਿਆਂ 'ਤੇ ਛੱਡਦਾ ਹੈ ਤੇ ਦੁਪਹਿਰ ਵੇਲੇ ਉਹ ਘਰ ਵਾਪਸ ਆਉਂਦਾ ਹੈ। ਇੱਥੇ ਮੈਂ ਇੱਕ ਤੁਹਾਨੂੰ ਹੋਰ ਥੋੜ੍ਹੀ ਜਿਹੀ ਗੱਲ ਨਾਲ ਜੋੜ ਕੇ ਦੱਸ ਦਿਆਂ ਕਿ ਬੇਟਾ, ਇਹ ਨਾਵਲ ਇੱਕ ਮਨੋਬਚਨੀ ਕਿਸਮ ਦਾ ਨਾਵਲ ਹੈ। ਪਿਛਲੇ ਕਾਂਡ ਵਿੱਚ ਤੁਹਾਡੇ ਅਧਿਆਪਕ ਸਾਹਿਬਾਨ ਨੇ ਜ਼ਰੂਰ ਤੁਹਾਡੇ ਨਾਲ ਗੱਲ ਕੀਤੀ ਹੋਵੇਗੀ। ਮਨੋਬਚਨੀ ਬੇਟਾ ਮਨੋਲਾਗ ਜਾਂ ਆਪਣੇ ਆਪ ਨਾਲ ਗੱਲ ਕਰਨ ਦੀ ਇੱਕ ਵਿਧੀ ਆ। ਤੁਸੀਂ ਆਪਣੇ ਆਪ ਨਾਲ ਗੱਲਾਂ ਕਰਦੇ ਹੋਵੋਗੇ, ਔਰ ਆਪਣੇ ਆਪ ਨਾਲ ਜਦੋਂ ਅਸੀਂ ਗੱਲਾਂ ਕਰਦੇ ਹਾਂ ਤਾਂ ਬੜਾ ਕੁਝ ਸਾਨੂੰ ਜਿਹੜਾ ਉਹ ਸਾਫ਼ ਸਪਸ਼ਟ ਦਿਖਾਈ ਦਿੰਦਾ ਹੈ। ਪਤਾ ਲੱਗਦਾ ਕਿ ਹਾਂ, ਆਹ ਫਲਾਣੀ ਚੀਜ਼ ਗਲਤ ਆ, ਫਲਾਣੀ ਚੀਜ਼ ਨੂੰ ਇੰਜ ਕਰਨਾ ਚਾਹੀਦਾ ਹੈ। ਬੰਦਾ ਆਪਣੇ ਆਪ ਨਾਲ ਗੱਲ ਕਰਦਾ ਹੈ ਅਤੇ ਆਪਣੇ ਆਪ ਤੋਂ ਜੋ ਵੀ ਉਹਨੂੰ ਮੁਸ਼ਕਿਲਾਂ ਆਉਂਦੀਆਂ ਨੇ ਜਾਂ ਕਿਸ ਤਰ੍ਹਾਂ ਦੀਆਂ, ਉਹਨਾਂ ਦੇ ਹੱਲ ਵੀ ਲੈਂਦਾ ਹੈ। ਔਰ ਇਹ ਨਾਵਲਕਾਰ ਦੀ ਇੱਕ ਖਾਸੀਅਤ ਆ ਕਿ ਉਸ ਨੇ ਇਹ ਨਾਵਲ ਲਿਖ ਕੇ ਜਾਂ ਇਹ ਸ਼ੈਲੀ ਦੇ ਵਿੱਚ ਨਾਵਲ ਲਿਖ ਕੇ ਅਤੇ ਬੰਤੇ ਦੇ ਕਿਰਦਾਰ ਨੂੰ ਉਗਾੜਿਆ। ਅਤੇ ਆਓ ਬੇਟਾ, ਆਪਾਂ ਇਸ ਨਾਵਲ ਦੇ ਸ਼ੁਰੂਆਤ ਦੇ ਭਾਗ ਦੂਜੇ ਦੇ ਸ਼ੁਰੂਆਤ ਦੇ ਕੁਝ ਅੰਸ਼ ਦੇਖਦੇ ਹਾਂ। ਨਾਵਲ ਇੱਕ ਹੋਰ ਨਵਾਂ ਸਾਲ, ਜਿਸ ਦੇ ਲੇਖਕ ਨੇ ਨਿਰੰਜਨ ਤਸਲੀਮ। ਨਾਵਲ ਦਾ ਮੁੱਖ ਪਾਤਰ ਬੰਤਾ ਰੋਜ਼ ਸਵੇਰੇ 6 ਵਜੇ ਰੇਲਵੇ ਸਟੇਸ਼ਨ 'ਤੇ ਪਹੁੰਚਦਾ ਹੈ, ਕਿਉਂਕਿ ਉੱਥੇ 6 ਵਜੇ ਕਾਲਕਾ ਮੇਲ ਆ ਜਾਂਦੀ ਹੈ ਅਤੇ ਉਹਨੂੰ ਪਤਾ ਹੈ ਕਿ ਸਵੇਰੇ ਕਈ ਵਾਰ ਸਵਾਰੀਆਂ ਨੂੰ ਕੋਈ ਰਕਸ਼ਾ ਨਹੀਂ ਮਿਲਦਾ ਅਤੇ ਉਹਨਾਂ ਦੀ ਪਰੇਸ਼ਾਨੀ ਤੋਂ ਵਾਕਫ ਹੈ। ਇਸ ਲਈ ਉਹ ਸਵੇਰੇ ਜ਼ਰੂਰ ਉੱਥੇ ਪਹੁੰਚਦਾ ਹੈ। ਸਾਰਾ ਦਿਨ ਹੀ ਦੁਪਹਿਰ ਤੱਕ ਉਹ ਸਵਾਰੀਆਂ ਨੂੰ ਆਪਣੇ ਥਾਂ ਟਿਕਾਣੇ ਛੱਡ ਕੇ ਆਉਂਦਾ ਹੈ ਅਤੇ ਦੁਪਹਿਰੇ ਜਦੋਂ ਉਹਨੂੰ ਭੁੱਖ ਲੱਗਦੀ ਹੈ ਅਤੇ ਫਿਰ ਉਹ ਘਰ ਆ ਜਾਂਦਾ ਹੈ। ਅੱਜ ਆਪਾਂ ਪੜ੍ਹਾਂਗੇ ਨਾਵਲ ਦਾ ਕਾਂਡ 2, ਦੁਪਹਿਰ। ਪਿਆਰੇ ਵਿਦਿਆਰਥੀਓ, ਬੰਤਾ ਘਰ ਦੇ ਬਾਹਰ ਜਦ ਰਕਸ਼ਾ ਖੜਾ ਕਰ ਦਿੰਦਾ ਹੈ ਤਾਂ ਉਹ ਰਕਸ਼ੇ ਦੀ ਟੱਲੀ ਵਜਾਉਂਦਾ ਹੈ। ਉਸ ਦੀ ਟੱਲੀ ਦੀ ਆਵਾਜ਼ ਸੁਣ ਕੇ ਉਸ ਦਾ ਪੁੱਤਰ ਫੁੰਮਣ ਦੌੜਦਾ ਹੋਇਆ ਆਉਂਦਾ ਹੈ ਅਤੇ ਰਕਸ਼ੇ 'ਤੇ ਬੈਠ ਜਾਂਦਾ ਹੈ ਅਤੇ ਉਹ ਵੀ ਰਕਸ਼ੇ ਦੀ ਟੱਲੀ ਵਜਾਉਂਦਾ ਹੈ। ਫੁੰਮਣ ਜਦ ਵੀ ਅਜਿਹਾ ਕਰਦਾ ਹੈ, ਬੰਤੇ ਨੂੰ ਉੱਕਾ ਹੀ ਚੰਗਾ ਨਹੀਂ ਲੱਗਦਾ, ਕਿਉਂਕਿ ਬੰਤਾ ਤਾਂ ਸੋਚਦਾ ਹੈ ਕਿ ਉਸ ਨੂੰ ਪੜ੍ਹਾ ਲਿਖਾ ਕੇ ਕਿਸੇ ਚੰਗੇ ਅਹੁਦੇ 'ਤੇ ਦੇਖੇ। ਫਿਰ ਬੰਤਾ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਜਾਂਦਾ ਹੈ। ਬੰਤਾ ਜਦ ਆਪਣੇ ਆਪ ਨਾਲ ਗੱਲ ਕਰਦਾ ਹੈ ਤੇ ਸੋਚਦਾ ਹੈ, ਬੰਤਿਆ, ਤੂੰ ਤਾਂ ਮੁਸ਼ਕਲ ਦੇ ਦੌਰ ਵਿੱਚ ਲੰਘ ਗਿਆ। ਪਿਤਾ ਦੀ ਮੌਤ ਹੋ ਗਈ, ਸਾਰੀ ਜ਼ਿੰਮੇਵਾਰੀ ਆ ਪਈ ਅਤੇ ਕਿਸੇ ਨਾ ਕਿਸੇ ਤਰ੍ਹਾਂ 4 ਜਮਾਤਾਂ ਪੜ੍ਹ ਲਈਆਂ ਅਤੇ 5ਵੀਂ ਦਾ ਇਮਤਿਹਾਨ ਦੇ ਦਿੱਤਾ। ਜੇ ਕਿਤੇ ਪਿਤਾ ਜਿਉਂਦਾ ਹੁੰਦਾ ਜਾਂ ਘਰ ਦੀ ਹਾਲਤ ਚੰਗੀ ਹੁੰਦੀ ਅਤੇ ਕਿਤੇ ਤਹਿਸੀਲਦਾਰ ਦੇ ਦਫ਼ਤਰ ਲੱਗਾ ਹੋਣਾ ਸੀ ਅਤੇ ਭਲੀ ਲੋਕ ਵੇਖਦੇ, ਉਹਦੀ ਮੁਸਕਾਨ ਵੇਖਦਾ ਅਤੇ ਕਿੰਨਾ ਖੁਸ਼ ਹੁੰਦਾ। ਫਿਰ ਸੋਚਦਾ, ਹੁਣ ਕੀਤਾ ਵੀ ਕੀ ਜਾ ਸਕਦਾ ਸੀਗਾ। ਅਸਲ 'ਚ ਉਹ ਤਾਰੋ ਦੀ ਮੁਸਕਾਨ, ਉਹਦੀ ਮੁਸਕਰਾਹਟ ਨੂੰ ਦੇਖਣ ਦਾ ਬੜਾ ਇੱਛਾਵਾਨ ਆ ਕਿ ਉਹਦੀ ਜਿਹੜੀ ਮੁਸਕਰਾਹਟ ਆ ਪਹਿਲਾਂ ਵਰਗੀ ਕਿਉਂ ਨਹੀਂ ਰਹੀ, ਉਹ ਮੁੜ ਕਿਉਂ ਨਹੀਂ ਵਰਤਦੀ। ਜਦ ਉਹ ਘਰ ਪਹੁੰਚਿਆ ਤਾਂ ਤਾਰੋ ਨੇ ਉਸ ਨੂੰ ਉਹਦਾ ਹੱਥ ਫੜ ਲਿਆ ਅਤੇ ਉਹ ਆਖਣ ਲੱਗੀ, ਤੂੰ ਇੰਨੀ ਦੇਰ ਕਿਉਂ ਲਗਾ ਦਿੱਤੀ। ਅਤੇ ਬੰਦਾ ਆਖਣ ਲੱਗਾ, ਤੈਨੂੰ ਇਹਦੇ ਨਾਲ ਕੀ ਲੱਗੇ। ਅਤੇ ਉਹ ਆਖਦੀ ਆ ਕਿ ਕਿਉਂ ਨਾ ਲੱਗੇ ਮੈਨੂੰ। ਚਲੋ ਫਿਰ ਉਹ ਗੱਲਾਂ ਕਰਦੀ ਆ ਅਤੇ ਉਹ ਆਖਦੀ ਆ ਕਿ ਤੂੰ ਸਾਰਾ ਦਿਨ ਸਵੇਰੇ ਚਾਹ ਕਿੱਥੋਂ ਪੀਤੀ। ਬੰਦਾ ਆਖਦਾ, ਤੂੰ ਤਾਂ ਮੈਨੂੰ ਪਿਲਾਈ ਨਹੀਂ ਚਾਹ, ਮੈਂ ਫਿਰ ਕਿੱਥੋਂ ਤਾਂ ਪੀਣੀ ਸੀਗੀ। ਅਤੇ ਫਿਰ ਉਹ ਉਹਦੇ ਵਾਸਤੇ ਰੋਟੀ ਬਣਾਉਣ ਲੱਗ ਜਾਂਦੀ ਹੈ। ਪਰ ਉਹ ਰਾਤ ਦੇ ਪਏ ਸਾਗ ਨਾਲ
ਬੰਤੇ ਲਈ ਮੱਕੀ ਦੀਆਂ ਰੋਟੀਆਂ ਬਣਾਉਣ ਲੱਗ ਗਈ। ਉਹ ਸਾਗ ਗਰਮ ਕਰਕੇ ਦਿੰਦੀ ਏ, ਨਾਲ ਹੀ ਗਲਗਲ ਦੇ ਅਚਾਰ ਵਿੱਚੋਂ ਹਰੀਆਂ ਮਿਰਚਾਂ ਵੀ ਉਸ ਲਈ ਕੱਢ ਲਿਆਉਂਦੀ ਏ। ਬੰਤੇ ਨੂੰ ਇਹ ਰੋਟੀ ਬੜੀ ਚੰਗੀ ਲੱਗਦੀ ਸੀਗੀ। ਰੋਟੀ ਖਾਣ ਮਗਰੋਂ ਬੰਤਾ ਗੁੜ ਵਾਲੀ ਚਾਹ ਦੀ ਮੰਗ ਕਰਦਾ ਹੈ। ਤਾਰੋ ਉਸ ਲਈ ਗੁੜ ਦੀ ਚਾਹ ਬਣਾ ਕੇ ਲਿਆਉਂਦੀ ਹੈ। ਬੰਤਾ ਤਾਰੋ ਨੂੰ ਆਖਦਾ ਹੈ ਕਿ ਉਹ ਸ਼ਾਮੀ ਉਸ ਦੇ ਲਈ ਕੀ ਲੈ ਕੇ ਆਵੇ, ਤਾਂ ਤਾਰੋ ਆਖਦੀ ਹੈ ਨਹੀਂ, ਉਸ ਨੂੰ ਕੁਝ ਵੀ ਨਹੀਂ ਚਾਹੀਦਾ, ਹਾਂ ਤੂੰ ਆਪਣੇ ਲਈ ਚੱਗਾ ਜ਼ਰੂਰ ਬਣਾ ਲੈ। ਅਤੇ ਬੰਤਾ ਆਖਦਾ ਹੈ ਕਿ ਉਸ ਦੇ ਕੋਲ ਤਾਂ ਚੱਗਾ ਹੈਗਾ ਹੈ। ਫਿਰ ਬੰਤਾ ਆਪਣੇ ਆਪ ਨਾਲ ਗੱਲ ਕਰਦਾ ਹੈ ਅਤੇ ਸੋਚਦਾ ਹੈ ਉਸ ਦੇ ਰਕਸ਼ੇ 'ਤੇ ਬਹੁਤ ਸਾਰੀਆਂ ਤੀਵੀਆਂ ਮਰਦ ਬੈਠਦੇ ਨੇ ਅਤੇ ਬੜੀਆਂ ਗੱਲਾਂ ਕਰਦੇ ਨੇ, ਨਿੱਕੀਆਂ ਨਿੱਕੀਆਂ ਉਹਨਾਂ ਦੀਆਂ ਗੱਲਾਂ ਕਰਦੇ ਨੇ, ਮਰਦ ਹੁੰਗਾਰਾ ਭਰਦੇ ਨੇ। ਬੰਤੇ ਨੂੰ ਅਜਿਹਾ ਕਰਨਾ ਬੜਾ ਚੰਗਾ ਲੱਗਦਾ ਹੈ ਅਤੇ ਉਹ ਸੋਚਦਾ ਹੈ ਕਿ ਤਾਰੋ ਵੀ ਉਹਦੇ ਨਾਲ ਅਜਿਹੀਆਂ ਗੱਲਾਂ ਕਰੇ। ਪਰ ਤਾਰੋ ਕੋਲ ਅਜਿਹਾ ਜਿਹੜਾ ਉਹ ਸੰਕਲਪ ਨਹੀਂ ਹੈ, ਤਾਰੋ ਅਜਿਹਾ ਨਹੀਂ ਸੋਚਦੀ। ਬੰਤੇ ਕੋਲ ਇਹਦਾ ਬੜਾ ਮਾਣ ਹੈ ਕਿ ਤਾਰੋ ਉਸ ਦੇ ਨਾਲ ਹੱਸੇ ਮੁਸਕਰਾਵੇ, ਅਤੇ ਉਹ ਸੋਚਦਾ ਕਿ ਜਿਹੜੀ 1.5 ਸਾਲ ਪੁਰਾਣੀ, ਬਹੁਤ ਸਾਲ ਪੁਰਾਣੀ ਉਹਦੀ ਮੁਸਕਰਾਹਟ ਸੀ, ਉਹ ਖੋਰੇ ਕਿੱਥੇ ਚਲੇ ਗਈ ਆ, ਉਹ ਵਾਪਸ ਆ ਜਾਵੇ। ਮੇਰੇ ਨਾਲ ਲੜੇ ਰੁੱਸੇ ਮੈਨੂੰ ਮਨਾਵਾਂ, ਪਰ ਤਾਰੋ ਅਜਿਹਾ ਵੀ ਨਹੀਂ ਕਰਦੀ। ਫਿਰ ਹਾਰ ਕੇ ਤਾਰੋ ਨੂੰ ਆਖਦਾ ਕਿ ਤੂੰ ਮੇਰੇ ਨਾਲ ਗੱਲ ਕਰ ਕੋਈ। ਤਾਰੋ ਆਖਦੀ ਹੈ ਮੈਂ ਕੀ ਗੱਲ ਕਰਾਂ। ਬੰਦਾ ਆਖਦਾ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰ, ਤਾਂ ਉਹ ਆਖਦੀ ਹੈ ਤੂੰ ਸਾਰਾ ਦਿਨ ਬਾਹਰ ਰਹਿਣਾ ਹੈ, ਤੂੰ ਕੋਈ ਗੱਲ ਕਰ ਲੈ। ਅਤੇ ਉਹ ਆਖਦਾ ਨਹੀਂ ਤੂੰ ਗੱਲ ਕਰ। ਫਿਰ ਉਹੀ ਗੱਲ, ਮੈਂ ਤੈਨੂੰ ਕਹਿ ਰਿਹਾ ਗੱਲ ਕਰਨ ਅਤੇ ਤੂੰ ਮੈਨੂੰ ਕਹੀ ਜਾਂਦੀ ਹੈ। ਅਤੇ ਫਿਰ ਤਾਰੋ ਉਹਨੂੰ ਪੁੱਛਦੀ ਹੈ ਅੱਜ ਸਵੇਰੇ ਚਾਹ ਕਿੱਥੋਂ ਪੀਤੀ ਸੀ। ਬੰਦਾ ਕਹਿੰਦਾ ਨਹੀਂ ਸੋਹਣੀ ਜੀ ਕੋਈ ਗੱਲ ਕਰ। ਤੂੰ ਆਖਦੀ ਹੈ ਸੋਹਣੀ ਜੀ ਕਿਵੇਂ ਦੀ ਗੱਲ। ਕਹਿੰਦਾ ਜਿਵੇਂ ਤੂੰ ਆਖੇ ਅੱਜ ਬੜਾ ਬੱਦਲ ਹੈ, ਗਰਮ ਗਰਮ ਪਕੌੜੇ ਲਿਆ ਪੌੜੀਆਂ ਵਾਲੇ ਪੁਲ ਕੋਲੋਂ। ਜੇ ਬੱਦਲ ਨਾ ਹੋਵੇ ਫਿਰ ਤੂੰ ਕਹੇ ਕਿੰਨੀ ਧੁੱਪ ਲੱਗੀ ਹੈ, ਆ ਚੱਲੀਏ ਘੁੰਮਣ। ਫਿਰ ਆਉਂਦੀ ਵਾਰੀ ਸਾੜੀ ਲੈ ਆਵਾਂਗੇ ਡਰਾਈ ਕਲੀਨਰ ਵਾਲੇ ਕੋਲ। ਅਤੇ ਤਾਰੋ ਹੱਸਣ ਲੱਗ ਪੈਂਦੀ ਹੈ, ਹੀ ਕਹਿੰਦੀ ਮੈਨੂੰ ਅਜਿਹੀਆਂ ਗੱਲਾਂ ਨਹੀਂ ਆਉਂਦੀਆਂ, ਤੂੰ ਸੁਣਦਾ ਰਹਿਣਾ ਲੋਕਾਂ ਦੀਆਂ ਰਕਸ਼ੇ 'ਤੇ ਬੈਠਾ ਗੱਲਾਂ, ਤੈਨੂੰ ਸ਼ਰਮ ਨਹੀਂ ਆਉਂਦੀ। ਅਤੇ ਉਹਨੂੰ ਆਖਦਾ ਹੈ ਕਿ ਇਹਦੇ ਵਿੱਚ ਸ਼ਰਮ ਕਾਹਦੀ ਭਲੀਏ, ਮੈਂ ਅੱਖਾਂ ਦਾ ਬੰਦ ਕਰ ਸਕਦਾ ਹੈ, ਪਰ ਆਪਣੇ ਕੰਨ ਕਿਵੇਂ ਬੰਦ ਕਰ ਲਵਾਂ। ਫਿਰ ਉਹਨੂੰ ਆਖਦਾ ਤੂੰ ਝੱਲੀ ਰਹਿਣਾ ਹੈ। ਅਤੇ ਤਾਰੋ ਆਖਦੀ ਹੈ ਠੀਕ ਆ, ਮੈਂ ਝੱਲੀ ਠੀਕ ਆ। ਤਾਰੋ ਤੁਰ ਪੈਂਦੀ ਹੈ। ਫਿਰ ਬੰਤਾ ਉਸ ਦੀ ਮੁਸਕਰਾਹਟ ਦੇ ਵਿੱਚੋਂ ਆਪਣੀ ਜ਼ਿੰਦਗੀ ਦੀ ਇੱਕ ਤਲਾਸ਼ ਕਰਦਾ ਹੈ ਅਤੇ ਉਹ ਉੱਥੋਂ ਚਲੇ ਜਾਂਦੀ ਹੈ। ਅਤੇ ਬੰਦਾ ਸੋਚਦਾ ਹੈ ਕਿ ਹੁਣ ਉਹ ਥੋੜ੍ਹਾ ਚਿਰ ਆਰਾਮ ਕਰ ਲਵੇ, ਅਤੇ ਨਾਲ ਹੀ ਉਹ ਸੋਚਦਾ ਹੈ ਕਿ ਉਹਨੂੰ ਇੱਕ ਗਾਣਾ ਯਾਦ ਆਉਂਦਾ ਹੈ ਕਿ ਚੱਲਦੇ ਜਾਣਾ ਹੀ ਆਪਣਾ ਕੰਮ ਹੈ, ਜ਼ਿੰਦਗੀ ਰੁਕਣ ਦਾ ਕੋਈ ਨਾਂ ਨਹੀਂ, ਰੁਕਣਾ ਤੇਰਾ ਕੰਮ ਨਹੀਂ, ਚੱਲਣਾ ਤੇਰੀ ਸ਼ਾਨ। ਆਪਣੇ ਆਪ ਨੂੰ ਗੱਲ ਕਰਦਾ ਕਿ ਬੰਤਿਆ ਤੇਰਾ ਕੰਮ ਰੁਕਣਾ ਨਹੀਂ ਆ, ਚੱਲਣਾ ਹੀ ਤੇਰੀ ਸ਼ਾਨ ਹੈ। ਇਹ ਬੇਟਾ ਜ਼ਿੰਦਗੀ ਦਾ ਇੱਕ ਫਲਸਫਾ ਵੀ ਆ ਜਿਹੜਾ ਨਾਵਲਕਾਰ ਨੇ ਇਸ ਗਾਣੇ ਦੇ ਰੂਪ ਵਿੱਚ ਤੁਹਾਡੇ ਅੱਗੇ ਰੱਖਿਆ ਹੈ ਕਿ ਬੰਦੇ ਦੀ ਜ਼ਿੰਦਗੀ ਉਹ ਚਲਾਈਮਾਨ ਹੀ ਆ, ਚੱਲਦੀ ਰਹਿਣੀ ਚਾਹੀਦੀ ਹੈ, ਰੁਕੀ ਜ਼ਿੰਦਗੀ ਕਿਸੇ ਵੀ ਕੰਮ ਦੀ ਨਹੀਂ ਹੈ। ਫਿਰ ਬੰਤਾ ਸੋਚਦਾ ਹੈ ਕਿ ਹੁਣ ਉਹ ਕੁਝ ਚਿਰ ਆਰਾਮ ਕਰ ਲਵੇ, ਧੁੱਪੇ ਆ ਕੇ ਉਹ ਲੰਮਾ ਪੈ ਜਾਂਦਾ ਹੈ। ਬੰਤਾ ਅਜੇ ਲੰਮਾ ਪਿਆ ਹੀ ਹੁੰਦਾ ਹੈ ਕਿ ਉਸ ਦਾ ਪੁੱਤਰ ਫੁੰਮਣ ਉਸ ਕੋਲ ਆ ਜਾਂਦਾ ਹੈ ਅਤੇ ਉਹਨੂੰ ਆਖਦਾ ਹੈ ਕਿ ਬਾਪੂ ਮੈਨੂੰ ਇੱਕ ਪਾਠ ਪੜ੍ਹਾ ਦੇ। ਤਾਂ ਬੰਤਾ ਪੁੱਛਦਾ ਕਿਹੜਾ ਪਾਠ। ਤਾਂ ਫੁੰਮਣ ਆਖਦਾ ਹੈ ਆਪਣਾ ਦੇਸ਼। ਆਖਦਾ ਠੀਕ ਹੈ ਚੰਗਾ ਬਹਿ ਜਾ ਮੇਰੇ ਕੋਲ ਪੜ੍ਹ। ਬੰਤਾ ਦੱਸਦਾ ਹੈ ਕਿ ਸਾਡਾ ਦੇਸ਼ ਮਹਾਨ ਦੇਸ਼ ਹੈ। ਫੁੰਮਣ ਸਵਾਲ ਕਰਦਾ ਹੈ ਮਹਾਨ ਕੀ ਬਾਪੂ। ਬੰਤਾ ਦੱਸਦਾ ਹੈ ਇਹ ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ ਅਤੇ ਸਾਨੂੰ ਆਪਣੇ ਦੇਸ਼ 'ਤੇ ਮਾਣ ਹੈ। ਫੁੰਮਣ ਫਿਰ ਸਵਾਲ ਕਰਦਾ ਹੈ ਮਾਣ ਕੀ ਬਾਪੂ। ਤਾਂ ਬੰਤਾ ਦੱਸਦਾ ਹੈ ਸਾਨੂੰ ਆਪਣੇ ਦੇਸ਼ 'ਤੇ ਮਾਣ ਹੈ, ਮਾਣ ਮਤਲਬ ਘੁਮੰਡ। ਫਿਰ ਆਖਦਾ ਐਵੇਂ ਸਿਰ ਨਾ ਖਾ, ਅੱਗੇ ਚੱਲ। ਫਿਰ ਆਖਦਾ ਹੈ ਸਾਡਾ ਦੇਸ਼ ਦਿਨ ਦੂਣੀ ਰਾਤ ਚੌਗਣੀ ਤਰੱਕੀ ਕਰ ਰਿਹਾ ਹੈ ਅਤੇ ਸਾਡੇ ਦੇਸ਼ ਵਿੱਚ ਲੋਕਾਂ ਦਾ ਰਾਜ ਹੈ, ਇੱਥੇ ਰਾਜੇ ਮਹਾਰਾਜੇ ਰਾਜ ਨਹੀਂ ਕਰਦੇ। ਅਤੇ ਇਹ ਆਖਦੇ ਨੇ ਕਿ ਛੇਤੀ ਹੀ ਦੇਸ਼ ਵਿੱਚੋਂ ਗਰੀਬੀ ਕੱਢਣ ਦਾ ਪ੍ਰਣ ਕੀਤਾ ਜਾਵੇਗਾ। ਪ੍ਰਣ ਕੀ ਬਾਪੂ। ਫੁੰਮਣ ਫਿਰ ਸਵਾਲ ਕਰਦਾ ਹੈ। ਤਾਂ ਬੰਤਾ ਨੂੰ ਆਖਦਾ ਹੈ ਤੂੰ ਇੰਝ ਕਰ ਆਪਣੇ ਮਾਸਟਰ ਕੋਲੋਂ ਪੁੱਛ ਲਵੀਂ, ਉਹ ਤਾਂ 10ਵੀਂ ਪਾਸ ਹੋਊ, ਮੈਂ ਤਾਂ 5ਵੀਂ 'ਚੋਂ ਵੀ ਨਹੀਂ ਲੰਘ ਸਕਿਆ। ਤਾਂ ਫੁੰਮਣ ਆਪਣੇ ਬਾਪੂ ਨੂੰ ਪੁੱਛਦਾ ਹੈ ਤੂੰ ਕਿਉਂ ਨਹੀਂ ਲੰਘ ਸਕਿਆ ਬਾਪੂ 5ਵੀਂ 'ਚੋਂ। ਤਾਂ ਦੱਸਦਾ ਹੈ ਗਰੀਬੀ ਬੁਰੀ ਬਲਾ ਹੈ ਪੁੱਤ। ਤਾਂ ਫੁੰਮਣ ਫਿਰ ਸਵਾਲ ਕਰਦਾ ਹੈ ਕਿ ਬਲਾ ਕੀ। ਅਤੇ ਬੰਤਾ ਆਖਦਾ ਹੈ ਜਿਹੜੀ ਮਗਰੋਂ ਨਾ ਲੱਥੇ। ਤਾਂ ਫੁੰਮਣ ਫਿਰ ਸਵਾਲ ਕਰਦਾ ਹੈ ਮਗਰੋਂ ਨਹੀਂ ਲੱਥਦੀ ਗਏ। ਬੰਤਾ ਆਖਦਾ ਨਹੀਂ ਥੋੜ੍ਹੇ ਕੀਤਿਆਂ ਨਹੀਂ ਲੱਥਦੀ। ਕਿਵੇਂ ਲੱਥਦੀ ਹੈ ਬਾਪੂ। ਫਿਰ ਬੰਤਾ ਆਉਂਦਾ ਹੈ ਜਾ ਵੀ ਹੁਣ ਸੌਣ ਦੀ ਘੜੀ, ਸ਼ਾਮ ਨੂੰ ਜੇ ਨਾ ਲੈ ਕੇ ਗਿਆ ਰਿਕਸ਼ਾ ਤਾਂ। ਫਿਰ ਫੁੰਮਣ ਆਪਣੇ ਪੁੱਤਰ ਫੁੰਮਣ ਨੂੰ 10 ਪੈਸੇ ਦਿੰਦਾ ਹੈ ਅਤੇ ਆਖਦਾ ਕਿ ਜਾ ਹੁਣ ਤੂੰ ਚਲਾ ਜਾ, ਬਾਹਰੋਂ ਕੋਈ ਚੀਜ਼ ਲੈ ਕੇ ਖਾ ਲਵੀਂ, ਪਰ ਖਿਆਲ ਰੱਖੀ ਕੋਈ ਮਾੜੀ ਨਾ ਲੈ ਲਵੀਂ। ਮਨ ਕਰਦਾ ਕਿ ਹੁਣ ਉਹ ਆਰਾਮ ਕਰ ਲਵੇ ਅਤੇ ਉਸ ਦਾ ਧਿਆਨ ਇੱਕ ਵਾਰ ਤਾਰੋ ਵੱਲੇ ਜਾਂਦਾ ਹੈ। ਤਾਰੋ ਸਵੈਟਰ ਬੁਣ ਰਹੀ ਹੈ
ਤੇ ਬੰਦਾ ਸੋਚਦਾ ਕਿ ਬੜੇ ਚਿਰਾਂ ਦਾ ਉਹਨੇ ਸਵੈਟਰ ਬੁਣਨਾ ਲਾਇਆ ਪਰ ਅਜੇ ਤੱਕ ਮੁਕੰਮਲ ਨਹੀਂ ਹੋਇਆ, ਪੂਰਾ ਨਹੀਂ ਹੋਇਆ। ਆਪਣੇ ਆਪ ਨੂੰ ਫਿਰ ਜਵਾਬ ਦਿੰਦਾ ਕੋਈ ਨਹੀਂ ਬੰਤਿਆ, ਹੋ ਜਾਵੇਗਾ, ਠੰਡ ਵੀ ਬੜੀ ਪੈ ਰਹੀ ਹੈ। ਠੀਕ ਆਖਦਾ ਹੈ ਕਿ ਹੁਣ ਮੈਂ ਆਰਾਮ ਕਰ ਲਵਾਂ, ਠੋਕਾ ਲਾ ਲਵਾਂ, ਖੋਰੇ ਸਰੀਰ ਨੂੰ ਕੀ ਹੋਈ ਜਾਂਦਾ ਹੈ, ਬੜਾ ਹੀ ਭਾਰਾ ਹੋ ਗਿਆ ਹੈ। ਉਸ ਦੇ ਮਨ ਅੱਗੇ ਫਿਰ ਇੱਕ ਪੁਰਾਣੀ ਯਾਦ ਜਿਹੜੀ ਉਹ ਸਾਹਮਣੇ ਆ ਗਈ ਤੇ ਉਹ ਸੋਚਣ ਲੱਗ ਗਿਆ ਕਿ ਕਿਵੇਂ ਉਸ ਦੀ ਮੰਗਣੀ ਹੋਈ ਸੀਗੀ ਤੇ ਉਹ ਕਿਵੇਂ ਆਪਣੇ ਨਾਨਕੇ ਜਾਂਦਾ ਸੀ ਤੇ ਉਹਦੀ ਛੋਟੀ ਮਾਮੀ ਗੱਲਾਂ ਕਰਦੀ ਸੀਗੀ। ਤੇ ਨਾਲ ਹੀ ਸੋਚਦਾ ਕਿ ਭੈਣਾਂ ਦੇ ਵਿਆਹ ਤੇ ਉਹਨੇ ਕਰਜ਼ਾ ਲਿਆ, ਪਿਤਾ ਦੀ ਮੌਤ ਹੋ ਗਈ ਤੇ ਹੌਲੀ ਹੌਲੀ ਉਹ ਕਰਜ਼ਾ ਉਤਾਰ ਰਿਹਾ ਸੀਗਾ। ਪਰ ਬੇਬੇ ਛੇਤੀ ਕਾਲੀ ਪੈਣੀ ਸ਼ੁਰੂ ਹੋ ਗਈ ਤੇ ਉਹਨੂੰ ਆਖਣ ਲੱਗੀ ਕਿ ਬੰਤਿਆ ਤੂੰ ਵੀ ਵਿਆਹ ਕਰਵਾ ਲਾ। ਪਹਿਲਾਂ ਤਾਂ ਬੰਤਾ ਬੜਾ ਚਿਰੀ ਨਾ ਨੁੱਕਰ ਕਰਦਾ ਰਿਹਾ ਕਿ ਬੇਬੇ ਨਹੀਂ ਨਹੀਂ, ਆਖਰਕਾਰ ਬੇਬੇ ਦੀ ਉਹਨੂੰ ਮੰਨਣੀ ਪਈ ਤੇ ਬੰਤੇ ਨੇ ਵਿਵਾਹ ਕਰਾ ਲਿਆ। ਹੁਣ ਘਰ ਦੇ ਵਿੱਚ ਖੁਸ਼ੀ ਦਾ ਮਾਹੌਲ ਸੀਗਾ, ਭੈਣਾਂ ਬਹੁਤ ਖੁਸ਼ ਸੀਗੀਆਂ। ਬੰਤਾ ਦੱਸਦਾ ਕਿ ਵਿੱਤੋਂ ਵੱਧ ਖਰਚ ਕੀਤਾ ਗਿਆ। ਵਿਆਹ ਤੋਂ ਕਹਿੰਦਾ ਕੁਝ ਚਿਰ ਮਗਰੋਂ ਹੀ ਤਾਰੋ ਥੋੜ੍ਹਾ ਜਿਹਾ ਡੁਸਕਣ ਲੱਗ ਗਈ, ਰੋਣ ਲੱਗ ਗਈ ਤੇ ਆਖਣ ਲੱਗੀ ਕਿ ਮੇਰੇ ਸਮਾਨ ਦੇ ਨਾਲ ਕੁਝ ਛੇੜਖਾਨੀ ਹੋਈ ਆ, ਟਰੰਕ ਦੇ ਵਿੱਚ ਆਹ ਨਹੀਂ ਹੈਗਾ, ਆਹ ਨਹੀਂ ਹੈਗਾ। ਤੇ ਮੈਂ ਉਹਨੂੰ ਸਮਝਾਇਆ ਵੀ ਕੋਈ ਗੱਲ ਨਹੀਂ, ਸਾਰਾ ਕੁਝ ਠੀਕ ਹੋ ਜਾਵੇਗਾ, ਤੂੰ ਚਿੰਤਾ ਨਾ ਕਰ। ਤੇ ਇੱਕ ਦਿਨ ਬੰਦਾ ਕਹਿੰਦਾ ਉਹਦਾ ਕੁੱਟੇ ਵੱਟਿਆ ਮੂੰਹ ਦੇਖ ਕੇ ਮੈਂ ਵੀ ਉਹਦੇ ਨਾਲ ਰੁੱਸ ਗਿਆ ਤੇ ਮੈਂ ਉਹਨੂੰ ਆਖਣ ਲੱਗਾ ਕਿ ਮੈਂ ਵੀ ਨਹੀਂ ਅੱਜ ਕੰਮ ਤੇ ਜਾਣਾ। ਤੇ ਬੰਦਾ ਸੋਚਦਾ ਕਿ ਸ਼ਾਇਦ ਤਾਰੋ ਉਹਨੂੰ ਪੁੱਛੇਗੀ ਤੂੰ ਕਿਉਂ ਨਹੀਂ ਜਾਣਾ, ਪਰ ਤਾਰੋ ਨੇ ਨਹੀਂ ਪੁੱਛਿਆ। ਬੰਦਾ ਫਿਰ ਉਹਨੂੰ ਆਵਾਜ਼ ਮਾਰਦਾ ਹੈ ਕਿ ਤਾਰੋ ਮੈਂ ਨਹੀਂ ਅੱਜ ਕੰਮ ਤੇ ਜਾਣਾ, ਮੇਰਾ ਅੱਜ ਮਨ ਨਹੀਂ ਹੈਗਾ। ਬੰਦਾ ਜਦ ਇਹ ਗੱਲ ਆਖਦਾ ਹੈ ਤੇ ਤਾਰੋ ਆਖਦੀ ਹੈ ਕਿਉਂ, ਤੇਰਾ ਕਿਉਂ ਨਹੀਂ ਜੀ? ਉਹ ਆਖਦਾ ਹੈ ਤੂੰ ਕੁਛ ਚਿਰ ਮੇਰੇ ਕੋਲ ਬੈਠ, ਆਪੇ ਮੇਰਾ ਮਨ ਹੋ ਜਾਵੇਗਾ। ਤੇ ਬੰਦਾ ਉਹਦੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਪਰ ਉਹ ਉਹਦੇ ਨਾਲ ਕੋਈ ਗੱਲ ਨਹੀਂ ਕਰਦੀ। ਬੰਦਾ ਉਹਨੂੰ ਆਖਦਾ ਹੈ ਕਿ ਤੂੰ ਗੱਲ ਕਰੇਂਗੀ ਮੇਰਾ ਮਨ ਰਾਜ਼ੀ ਹੋ ਜਾਵੇਗਾ। ਤੇ ਉਹ ਆਖਦੀ ਤੈਨੂੰ ਗੱਲਾਂ ਹੀ ਆਉਂਦੀਆਂ ਨੇ। ਤੇ ਬੰਦਾ ਆਖਦਾ ਨਹੀਂ, ਮੈਨੂੰ ਰਕਸ਼ਾ ਚਲਾਉਣਾ ਵੀ ਆਉਂਦਾ ਹੈ, ਮੈਂ ਭੰਗੜਾ ਵੀ ਪਾ ਸਕਦਾ। ਤੇ ਤਾਰੋ ਹੱਸਣ ਲੱਗ ਪੈਂਦੀ ਹੈ। ਬੰਤੇ ਨੂੰ ਉਹ ਮੁਸਕਰਾਹਟ ਬੜੀ ਚੰਗੀ ਲੱਗਦੀ ਸੀ। ਕਹਿੰਦਾ ਕਿ ਇਸ ਤਰ੍ਹਾਂ ਤਾਰੋ ਦਾ ਜਿਹੜਾ ਗੁੱਸਾ ਸੀਗਾ ਉਹ ਹੌਲੀ ਹੌਲੀ ਖਤਮ ਹੁੰਦਾ ਗਿਆ ਤੇ ਸਾਰੇ ਘਰ ਦੇ ਵਿੱਚ ਖੁਸ਼ੀ ਆਉਣੀ ਸ਼ੁਰੂ ਹੋ ਗਈ। ਬੰਤਾ ਕਹਿੰਦਾ ਸੀਗਾ ਕਿ ਮੈਂ ਘਰ ਦੇ ਵਿੱਚ ਹੌਲੀ ਹੌਲੀ ਪੈਸੇ ਇਸ ਤਰ੍ਹਾਂ ਰਕਸ਼ੇ ਦੀ ਕਮਾਈ ਨਾਲ ਲਿਆਉਣੇ ਸ਼ੁਰੂ ਕਰ ਦਿੱਤੇ। ਤੇ ਇੱਕ ਦਿਨ ਸੋਚਦਾ ਕਿ ਗੱਲ ਯਾਦ ਆਉਂਦੀ ਉਹਨੂੰ ਕਿ ਥੋੜ੍ਹੇ ਪੈਸੇ ਕਮਾ ਕੇ ਲਿਆ ਸੀਗਾ, ਕਾਰਨ ਕਿ ਉਸ ਦਿਨ ਕੋਈ ਸਵਾਰੀ ਨਹੀਂ ਸੀ ਮਿਲੀ। ਕਹਿੰਦਾ ਜਦ ਮੈਂ ਥੱਕਿਆ ਟੁੱਟਿਆ ਘਰ ਆਇਆ ਸੀਗਾ ਤੇ ਤਾਰੋ ਨੂੰ ਜਦ ਮੈਂ ਪੈਸੇ ਫੜਾਏ ਤਾਂ ਉਹਨੇ ਇੱਕਦਮ ਮੇਰੇ ਮੂੰਹ ਵੱਲ ਵੇਖਿਆ ਤੇ ਫਿਰ ਮੈਂ ਉਹਦੇ ਨਾਲ ਨਜ਼ਰਾਂ ਮਿਲਾਏ ਬਗੈਰ ਹੀ ਆਖ ਦਿੱਤਾ ਕਿ ਇਸ ਦਾ ਚੱਕਾ ਵਿੰਗਾ ਹੋ ਗਿਆ ਸੀਗਾ, ਪੈਂਚਰ ਵੀ ਹੋ ਗਿਆ ਸੀਗਾ। ਤੇ ਤਾਰੋ ਆਖਣ ਲੱਗੀ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਸਾਰਾ ਕੁਝ ਠੀਕ ਹੋ ਜਾਵੇਗਾ। ਬੰਤੇ ਨੇ ਫਿਰ ਤਾਰੋ ਵੱਲ ਵੇਖਿਆ ਤੇ ਮਨ ਹੀ ਮਨ ਸੋਚਿਆ ਤਾਰੋ ਤਾਂ ਹੁਣੇ ਹੀ ਜਿਵੇਂ ਵੱਡੀ ਹੋ ਗਈ ਹੈ, ਇੰਨੀਆਂ ਸਿਆਣੀਆਂ ਗੱਲਾਂ ਕਰਨ ਲੱਗੀ ਹੈ। ਬੰਤਾ ਉਹਦੇ ਨਾਲ ਇਹ ਗੱਲ ਮਨ ਵਿੱਚ ਸੋਚ ਹੀ ਰਿਹਾ ਸੀਗਾ ਤੇ ਨਾਲ ਹੀ ਸੋਚਦਾ ਸੀਗਾ ਕਿ ਮੈਂ ਕੋਈ ਹੋਰ ਕੰਮ ਕਰ ਸਕਦਾ ਹੈ ਜਾਂ ਨਹੀਂ, ਤੇ ਆਪਣੇ ਮਨ ਨੂੰ ਦਿਲਾਸਾ ਦੇ ਰਿਹਾ ਸੀਗਾ। ਤੇ ਫਿਰ ਇੱਕ ਘਟਨਾ ਉਹਨੂੰ ਹੋਰ ਯਾਦ ਆ ਜਾਂਦੀ ਹੈ ਕਿ ਉਹ ਬੇਬੇ ਤੇ ਤਾਰੋ ਨੂੰ ਕਿਵੇਂ ਬਸੰਤ ਪੰਚਮੀ ਵਾਲੇ ਦਿਨ ਛਾਟਾ ਸਾਹਿਬ ਗੁਰਦੁਆਰੇ ਲੈ ਕੇ ਗਿਆ ਸੀਗਾ। ਪਹਿਲਾਂ ਤਾਂ ਦੋਵੇਂ ਜਾਣੀਆਂ ਸ਼ਰਮ ਮਹਿਸੂਸ ਕਰਦੀਆਂ ਕਿ ਬੰਤੇ ਤੇਰੇ ਰਕਸ਼ੇ ਤੇ ਅਸੀਂ ਨਹੀਂ ਬੈਠਣਾ। ਤੇ ਫਿਰ ਇਹ ਤੈਅ ਹੋਇਆ ਕਿ ਉਹ ਗਲੀ ਮੁਹੱਲਾ ਥੋੜ੍ਹਾ ਜਿਹਾ ਲੰਘ ਜਾਵੇਗਾ ਬੰਤਾ ਆਪਣਾ ਰਕਸ਼ਾ ਇਕੱਲਾ ਲੈ ਕੇ ਤੇ ਫਿਰ ਉਹ ਬੈਠ ਜਾਣਗੀਆਂ। ਤਾਰੋ ਤੇ ਉਸ ਦੀ ਬੇਬੇ ਬੰਤੇ ਦੀ ਉਹ ਰਕਸ਼ੇ ਤੇ ਬੈਠੀਆਂ ਤੇ ਬੰਤਾ ਰਕਸ਼ਾ ਚਲਾ ਰਿਹਾ ਹੈ, ਰੋਟੀਆਂ ਪਕਾ ਕੇ ਘਰੋਂ ਲੈ ਕੇ ਨੇ। ਤੇ ਬੰਤਾ ਬੜਾ ਖੁਸ਼ ਹੈ, ਉਹਦਾ ਜੀਅ ਕਰਦਾ ਕਿ ਰਕਸ਼ਾ ਉਡਾਈ ਜਾਵੇ। ਉਹ ਬੇਬੇ ਆਖਦੀ ਵੀ ਆ ਕਿ ਬੰਤੇ ਹੌਲੀ ਰਕਸ਼ਾ ਚਲਾ, ਤੇ ਉਹਦਾ ਪਰ ਮਨ ਨਹੀਂ ਆ। ਤੂੰ ਆਖਦਾ ਕਿ ਬੇਬੇ ਤੂੰ ਤਾਰੋ ਨੂੰ ਫੜ ਲੈ, ਤਾਰੋ ਨੂੰ ਆਖਦਾ ਬੇਬੇ ਨੂੰ ਫੜ ਕੇ ਰੱਖ। ਤੇ ਉਹ ਆਖਦੀ ਆ ਕਿ ਮੈਂ ਇਹਨੂੰ ਫੜਾ, ਇਹ ਮੈਨੂੰ ਫੜੇ, ਮੈਂ ਤਾਂ ਇਹਨੂੰ ਫੜਿਆ ਹੋਇਆ, ਤੂੰ ਦੇਖ। ਬੰਤਾ ਜਦ ਦੇਖਦਾ ਤੇ ਹੱਸਣ ਲੱਗ ਜਾਂਦਾ ਹੈ ਕਿ ਵਾਕਈ ਬੇਬੇ ਸਗੋਂ ਤਾਰੋ ਨੂੰ ਫੜ ਕੇ ਬੈਠੀ ਸੀਗੀ। ਬੰਤਾ ਦੇਖ ਰਿਹਾ ਸਾਰੇ ਲੋਕ ਬਸੰਤ ਪੰਚਮੀ ਵਾਲੇ ਦਿਨ ਗੁਰਦੁਆਰਾ ਸਾਹਿਬ ਲਈ ਜਾ ਰਹੇ ਨੇ, ਬਸੰਤੀ ਪੱਗਾਂ ਬੰਨੀਆਂ ਨੇ। ਤੇ ਬੇਬੇ ਤਾਂ ਨਹੀਂ ਸੀ ਮੰਨੀ ਪਰ ਉਹ ਦੱਸਦਾ ਹੈ ਕਿ ਤਾਰੋ ਨੇ ਬਸੰਤੀ ਚੁੰਨੀ ਜ਼ਰੂਰ ਰੰਗਵਾ ਲਈ ਸੀਗੀ। ਕਾਫੀ ਸਮਾਂ ਲੰਘਣ ਮਗਰੋਂ ਉਹ ਫਾਟਕ ਪਾਰ ਕਰਕੇ ਇੱਕ ਜਗ੍ਹਾ ਰਕਸ਼ਾ ਰੋਕ ਲੈਂਦਾ ਹੈ ਤੇ ਬੜਾ ਹੀ ਰਸ਼ ਹੈ ਉੱਥੇ। ਤੇ ਉਹ ਆਖਦਾ ਕਿ ਹੁਣ ਪ੍ਰਸ਼ਾਦਾ ਛਕ ਲਿਆ ਜਾਵੇ ਤੇ ਬੇਬੇ ਆਖਦੀ ਨਹੀਂ, ਪਹਿਲਾਂ ਮੱਥਾ ਟੇਕਿਆ ਜਾਵੇ। ਤੇ ਇਹ ਤੈਅ ਹੁੰਦਾ ਹੈ ਕਿ ਅਜੇ ਬੜਾ ਰਸ਼ ਹੈ ਤੇ ਉੱਥੋਂ ਫਿਰ ਚਵਾਨੀ ਦੇ ਪਕੌੜੇ ਲੈਂਦੇ ਆ ਤੇ ਰੋਟੀ ਖਾ ਲੈਂਦੇ ਆ। ਬੰਦਾ ਕਹਿੰਦਾ ਬੜੀਆਂ ਹੀ ਸਵਾਦ ਰੋਟੀ ਬਣੀ ਸੀਗੀ। ਫਿਰ ਥੋੜ੍ਹਾ ਭੀੜ ਘੱਟ ਹੁੰਦੀ ਹੈ ਤੇ ਮੱਥਾ ਟੇਕਣ ਚਲੇ ਜਾਂਦੇ। ਬੰਤਾ ਉੱਥੋਂ ਪ੍ਰਸ਼ਾਦ ਮਿਲਦਾ ਹੈ ਉਹਨੂੰ ਫੁੱਲ ਦਾ। ਬੰਤਾ ਉਹ ਫੁੱਲ ਦਾ ਪ੍ਰਸ਼ਾਦ ਜਿਹੜਾ ਫੁੱਲ ਆ ਉਹ ਆਪਣੀ ਪੱਗ ਵਿੱਚ ਲਾ ਲੈਂਦਾ ਹੈ। ਬੇਬੇ ਉੱਥੇ ਅਰਦਾਸ ਵੀ ਕਰਕੇ ਆਉਂਦੀ ਹੈ
ਕਿ ਅਗਲੇ ਵਾਰ ਫੇਰ ਆਵਾਂਗੇ, ਕਾਕੇ ਦੀ ਜਿਹੜੀ ਆ ਉਹ ਸੁੱਖ ਮੰਗਣ ਵਾਸਤੇ ਜਾਂ ਉਹਦਾ ਸੁੱਖ ਲਾਉਣ ਵਾਸਤੇ ਜ਼ਰੂਰ ਆਵਾਂਗੇ। ਤੇ ਫਿਰ ਉਹ ਕੁਝ ਚਿਰ ਉੱਥੇ ਬੰਤਾ ਬੈਠ ਕੇ ਆਰਾਮ ਵੀ ਕਰਨ ਲੱਗ ਜਾਂਦਾ ਹੈ ਤੇ ਬੇਬੇ ਤੇ ਤਾਰੋ ਗੱਲਾਂ ਕਰਨ ਲੱਗ ਜਾਂਦੇ ਨੇ। ਬੰਤਾ ਫਿਰ ਸੋਚਦਾ ਹੈ ਕਿ ਬੇਬੇ ਦੀ ਉਸ ਅਰਦਾਸ ਮਗਰੋਂ ਕਾਕਾ ਹੋਇਆ ਉਹਨਾਂ ਘਰ ਤੇ ਫਿਰ 2 ਕੁੜੀਆਂ ਹੋਈਆਂ, ਤੇ ਨਾਲ ਹੀ ਸੋਚਦਾ ਕਿ ਸ਼ਾਇਦ ਜਾਂ ਕੋਈ ਹੋਰ ਸਮਾਂ ਹੋਊਗਾ ਜਦੋਂ ਤਾਰੋ ਮੁੜ ਉਹਦੇ ਰਕਸ਼ੇ ਤੇ ਬੈਠੀ। ਸ਼ਾਇਦ ਇਹ ਘਟਨਾ ਉਹਨੂੰ ਕੋਈ ਯਾਦ ਆਈ ਸੀ, ਇੱਕ ਵਾਰ ਫੁੰਮਣ ਦੀ ਦਵਾ ਲੈਣ ਗਏ ਸੀ ਤੇ ਉਦੋਂ ਉਹਦੇ ਰਕਸ਼ੇ ਤੇ ਬੈਠੀ ਸੀਗੀ। ਫਿਰ ਉਹ ਆਖਣ ਲੱਗਾ ਜਦੋਂ ਫੁੰਮਣ ਹੋਇਆ ਤੇ ਘਰ ਦੇ ਵਿੱਚ ਖਰਚੇ ਵੱਧ ਗਏ ਤੇ ਕੋਈ ਨਾ ਕੋਈ ਕਲੇਸ਼ ਵੀ ਰਹਿਣ ਲੱਗ ਗਿਆ। ਬੇਬੇ ਤੇ ਤਾਰੋ ਦੋਵੇਂ ਆਪਸ ਵਿੱਚ ਕਿਸੇ ਨਾ ਕਿਸੇ ਗੱਲ ਤੋਂ ਲੜਨ ਵੀ ਲੱਗ ਗਈਆਂ। ਬੰਤੇ ਨੇ ਵੀ ਚੀਜ਼ ਮਹਿਸੂਸ ਕੀਤੀ ਕਿ ਜਿਸ ਦਿਨ ਉਹ ਕਮਾਈ ਵੱਧ ਕਰਕੇ ਲਿਆਉਂਦਾ ਸੀਗਾ ਉਸ ਦਿਨ ਘਰ ਵਿੱਚ ਮਾਹੌਲ ਵਧੀਆ ਰਹਿੰਦਾ ਸੀਗਾ, ਤੇ ਜਿੱਦਣ ਕਮਾਈ ਘੱਟ ਹੁੰਦੀ ਸੀਗੀ ਉਸ ਦਿਨ ਕੋਈ ਨਾ ਕੋਈ ਅੱਡਾ ਲੱਗਾ ਰਹਿੰਦਾ ਸੀ, ਕੋਈ ਨਾ ਕੋਈ ਝਗੜਾ ਹੋਇਆ ਹੀ ਰਹਿੰਦਾ ਸੀਗਾ। ਸ਼ਾਇਦ ਬੇਟਾ ਨਾਵਲਕਾਰ ਨੇ ਇਹ ਜਿਹੜੀ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਸਮੱਸਿਆਵਾਂ ਦਾ ਜਿਹੜਾ ਵੱਡਾ ਕਾਰਨ ਆ ਉਹ ਪੈਸਾ ਹੈ, ਤੇ ਬੰਤੇ ਦੀ ਵੀ ਸਥਿਤੀ ਅਜਿਹੀ ਸੀਗੀ ਕਿ ਪੈਸਾ ਘੱਟ ਹੋਣ ਕਾਰਨ ਸਮੱਸਿਆਵਾਂ ਵੱਧ ਸੀਗੀਆਂ, ਕਿਉਂਕਿ ਪਰਿਵਾਰ ਵੱਡਾ ਸੀਗਾ ਤਾਂ ਕਰਕੇ ਸਮੱਸਿਆਵਾਂ ਆਉਂਦੀਆਂ ਸੀਗੀਆਂ। ਪਰ ਬੰਤਾ ਖੁਸ਼ ਦਿਲ ਸੀਗਾ, ਉਹ ਸੰਤੁਸ਼ਟ ਵੀ ਸੀਗਾ। ਠੀਕ ਹੈ, ਨਾਵਲ ਦੇ ਅਗਲੇ ਕਾਂਡ ਵਿੱਚ ਤੁਸੀਂ ਪੜ੍ਹੋਗੇ ਤੇ ਆਪਾਂ ਗੱਲ ਕਰਾਂਗੇ ਕਿ ਕਿਵੇਂ ਉਹਦੀ ਸੰਤੁਸ਼ਟੀ ਦਾ ਵੀ ਸਾਨੂੰ ਪਤਾ ਲੱਗਦਾ ਹੈ। ਉਹ ਸੋਚਦਾ ਹੈ ਕਿ ਕਈ ਵਾਰੀ ਤਾਂ ਉਹਦੇ ਮਨ ਵਿੱਚ ਖਿਆਲ ਵੀ ਬੜੇ ਆਉਂਦੇ ਨੇ ਕਿ ਉਹ ਆਪਣਾ ਕੰਮ ਬਦਲ ਲਵੇ, ਕਿ ਸ਼ਾਇਦ ਇਸ ਕੰਮ ਦੇ ਵਿੱਚ ਉਹਦਾ ਗੁਜ਼ਾਰਾ ਨਹੀਂ ਹੋ ਰਿਹਾ। ਉਹਨੂੰ ਯਾਦ ਹੁੰਦਾ ਕਿ ਇੱਕ ਫੱਤੂ ਰਕਸ਼ੇ ਵਾਲਾ ਹੈਗਾ ਜਿਹੜਾ ਅਫੀਮ ਵੇਚਦਾ ਹੈ ਤੇ ਆਪ ਵੀ ਉਹਨੂੰ ਅਫੀਮ ਖਾਣ ਦਾ ਸ਼ੌਕ ਹੈਗਾ। ਮਨ ਚਾਹੁੰਦਾ ਕੋਈ ਅਜਿਹਾ ਕੰਮ ਕੀਤਾ ਜਾਵੇ। ਫਿਰ ਉਹਨੂੰ ਯਾਦ ਆਉਂਦਾ ਕਿ ਨਹੀਂ, ਇੱਕ ਵਾਰ ਪੁਲਿਸ ਤੋਂ ਉਹਨੂੰ ਕਟਾਪਾ ਵੀ ਚੜਿਆ ਸੀਗਾ। ਫਿਰ ਬੰਤਾ ਮਨ ਹੀ ਮਨ ਸੋਚਦਾ ਹੈ ਕਿ ਇੱਕ ਨੱਥੂ ਵੀ ਆ ਚੂਚੀਆਂ ਅੱਖਾਂ ਵਾਲਾ, ਚੋਰੀ ਦੀ ਆਦਤ ਸੀ ਉਹਨੂੰ। ਅੰਮ੍ਰਿਤਸਰ ਕੁੜੀਆਂ ਆਈਆਂ ਸੀ ਕੋਈ ਸ਼ਾਇਦ ਦੂਰੋਂ ਕੋਈ ਮੈਚ ਖੇਡਣ ਵਾਸਤੇ, ਤੇ ਉਹਨਾਂ ਨੂੰ ਉਹਨੇ ਰਕਸ਼ੇ ਤੇ ਬਿਠਾਇਆ ਤੇ ਪੁਲ ਤੋਂ ਉਤਾਰ ਦਿੱਤਾ ਤੇ ਆਪ ਰਕਸ਼ਾ ਹੌਲੀ ਹੌਲੀ ਲੈ ਕੇ ਪਿੱਛੇ ਨਿਕਲ ਗਿਆ ਤੇ ਉਹਨਾਂ ਦਾ ਸਮਾਨ ਸਾਰੇ ਲੈ ਗਿਆ। ਉਹਨੂੰ ਵੀ ਬਾਅਦ ਵਿੱਚ ਬੜੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀਗਾ। ਬੰਤਾ ਆਖਦਾ ਕਿ ਜਿੱਥੇ ਇੰਨੇ ਮਾੜੇ ਬੰਦੇ ਨੇ ਉੱਥੇ ਸਾਡੇ ਸਮਾਜ ਵਿੱਚ ਚੰਗੇ ਬੰਦੇ ਵੀ ਨੇ। ਤੇ ਫਿਰ ਉਹ ਗੱਲ ਕਰਦਾ ਹੈ ਆਪਣੇ ਦੋਸਤ ਕਿਸ਼ਨੇ ਦੀ। ਕਿਸ਼ਨਾ ਕਹਿੰਦਾ ਬੜਾ ਹੀ ਚੰਗਿਆ ਰਕਸ਼ੇ ਵਾਲਾ ਹੈ। ਇੱਕ ਵਾਰ ਉਹ ਘਟਨਾ ਖਿਆਲ ਕਰਦਾ ਹੈ, ਦੱਸਦਾ ਹੈ ਕਿ ਕਿਸ਼ਨੇ ਦੇ ਰਕਸ਼ੇ ਤੇ ਕੋਈ ਸਵਾਰੀਆਂ ਆਪਣਾ ਸਮਾਨ ਭੁੱਲ ਗਈਆਂ ਸੀਗੀਆਂ ਜਾਂ ਗਲਤੀ ਨਾਲ ਉਹਨਾਂ ਦੀ ਪੁਟਲੀ ਉੱਥੇ ਰਹਿ ਗਈ ਸੀਗੀ। ਕਿਸ਼ਨੇ ਨੂੰ ਚਾਹ ਪਾਣੀ ਵੀ ਪੀਣਾ ਭੁੱਲ ਗਿਆ ਸੀਗਾ ਜਦ ਤੱਕ ਉਹ ਸਮਾਨ ਉਹਨਾਂ ਨੂੰ ਪਹੁੰਚਾ ਕੇ ਨਹੀਂ ਸੀ ਆਇਆ। ਬੰਤਾ ਵੀ ਦੱਸਦਾ ਕਿ ਉਹਦੇ ਨਾਲ ਸੀਗਾ ਤੇ ਉਹ ਉਹਨਾਂ ਨੂੰ ਆਪਣੇ ਕਿਸ਼ਨੇ ਨੂੰ 10 ਰੁਪਏ ਦੇ ਰਹੀਆਂ ਸੀਗੀਆਂ ਤੇ ਕਿਸ਼ਨਾ ਪੈਸੇ ਨਹੀਂ ਸੀ ਲੈ ਰਿਹਾ। ਤੇ ਕਹਿੰਦਾ ਮੈਂ ਉਹਨੂੰ ਆਖਿਆ ਕੋਈ ਗੱਲ ਨਹੀਂ, ਤੂੰ ਰੱਖ ਲੈ, ਫੜ ਲੈ ਯਾਰ, ਇਨਾਮ ਦੀ ਤਾਂ ਚਪੇੜ ਵੀ ਚੰਗੀ ਲੱਗਦੀ ਹੈ। ਬੰਤਾ ਇਹਨਾਂ ਖਿਆਲਾਂ ਦੇ ਵਿੱਚ ਖੁੱਭਿਆ ਹੋਇਆ ਸੀਗਾ ਕਿ ਤਾਰੋ ਉਹਨੂੰ ਆਖਦੀ ਹੈ ਕਿ ਤੂੰ ਕਦੋਂ ਕੁ ਜਾਣਾ ਹੈ। ਸੋਚਦਾ ਕਿ ਸ਼ਾਇਦ 3 ਵੱਜ ਗਏ ਹੋਣਗੇ। ਸੋਚਦਾ ਹੈ ਕਿ ਅਜੇ ਨਹੀਂ ਮਨ ਹੈਗਾ। ਉਹਨੂੰ ਆਖਦਾ ਹੈ ਤੇ ਤੂੰ ਬਹਿ ਜਾ ਮੇਰੇ ਕੋਲ ਘੜੀ। ਤੇ ਉਹ ਤਾਰੋ ਉਹਨੂੰ ਆਖਦੀ ਹੈ ਕਿ ਮੈਂ ਚਾਹ ਧਰ ਆਵਾਂ। ਤੇ ਉਹ ਆਖਦਾ ਕਿ ਕੋਈ ਗੱਲ ਨਹੀਂ ਆ, ਚਾਹ ਧਰੀ ਜਾਊਗੀ, ਤੂੰ ਬਹਿ ਜਾ, ਤੂੰ ਮੇਰੇ ਨਾਲ ਗੱਲਾਂ ਕਰ। ਪਰ ਤਾਰੋ ਉਹਦਾ ਹੀ ਗੱਲ ਨਹੀਂ ਸੁਣਦੀ ਨਹੀਂ ਆ। ਬੰਤਾ ਫਿਰ ਉਹਨੂੰ ਆਖਦਾ ਹੈ ਨਵਾਂ ਸਾਲ ਹੈ, ਅੱਜ ਨਵੇਂ ਸਾਲ ਚੜ੍ਹਿਆ ਹੈ, ਕੋਈ ਖੁਸ਼ੀ ਦੀ ਗੱਲ ਕਰ, ਕੋਈ ਸਾਂਝੀ ਗੱਲ ਕਰ। ਅੱਜ ਮੈਂ ਸਾਰਾ ਦਿਨ ਚੰਗੀ ਕਮਾਈ ਕਰਾਂਗਾ, ਫਿਰ ਸਾਰਾ ਦਿਨ ਬਰਕਤਾਂ ਆਉਂਦੀਆਂ ਰਹਿਣਗੀਆਂ, ਤੇ ਤੂੰ ਦੱਸ ਤੈਨੂੰ ਮੈਂ ਕੀ ਲੈ ਕੇ ਦੇਵਾਂ। ਪਰ ਤਾਰੋ ਉਹਦੀ ਗੱਲ ਨਹੀਂ ਮੰਨਦੀ। ਕੋਈ ਗੱਲ ਨਹੀਂ, ਇਹ ਤਾਂ ਪਿਛਲੇ ਸਾਲ ਵੀ ਚੜ੍ਹਿਆ ਸੀਗਾ, ਕਾਹਦੀਆਂ ਖੁਸ਼ੀਆਂ, ਮੈਂ ਤਾਂ ਥੱਕ ਗਈ ਹਾਂ ਖੁਸ਼ੀਆਂ ਮਨਾ ਕੇ। ਇੰਨੀ ਗੱਲ ਕਹਿ ਕੇ ਤਾਰੋ ਚਾਹ ਧਰਨ ਚਲੇ ਜਾਂਦੀ ਹੈ। ਬੰਤੇ ਨੂੰ ਉਹਦਾ ਇਹ ਕੁੱਟਿਆ ਵਟਿਆ ਚਿਹਰਾ ਬਿਲਕੁਲ ਹੀ ਚੰਗਾ ਨਹੀਂ ਲੱਗਦਾ ਤੇ ਉਹਨੂੰ ਤਾਂ ਮਨ ਇਹੋ ਹੀ ਆ ਕਿ ਤਾਰੋ ਹੱਸਦੀ ਖੇਡਦੀ ਰਵੇ, ਤਾਰੋ ਖੁਸ਼ ਰਵੇ। ਮਨ ਆਉਂਦਾ ਹੈ ਕਿ ਮੈਂ ਕਿੰਨੀ ਨੋਟ ਕਰ ਲਿਆਵਾਂ, ਕਿੰਨੀ ਕਮਾਈ ਕਰਾਂ ਤੇ ਇਹ ਕਮਾਈ ਦੇ ਕਰਕੇ ਘਰ ਵਿੱਚ ਇੰਨੀ ਬਰਕਤ ਹੋਵੇ ਜਾਂ ਇੰਨੀਆਂ ਖੁਸ਼ੀਆਂ ਹੋਣ ਕਿ ਤਾਰੋ ਉਹਦੀ ਉਹ ਮੁਸਕਰਾਹਟ ਮੁੜ ਵਾਪਸ ਆ ਜਾਵੇ। ਉਹ ਅਕਸਰ ਜਦ ਤਾਰੋ ਨੂੰ ਇਹੋ ਜਿਹਾ ਉਦਾਸ ਦੇਖਦਾ ਤੇ ਬੰਤਾ ਖੁਦ ਵੀ ਆਪ ਉਦਾਸ ਹੋ ਜਾਂਦਾ ਹੈ। ਪਰ ਫਿਰ ਸੋਚਦਾ ਕੋਈ ਗੱਲ ਨਹੀਂ, ਰੋਟੀ ਟੁੱਕ ਮਾੜਾ ਮੋਟਾ ਜਿਵੇਂ ਇਹ ਜ਼ਿੰਦਗੀ ਚੱਲੀ ਜਾਂਦੀ ਹੈ ਘਰ ਵਿੱਚ, ਜਿਵੇਂ ਕੋਈ ਕਲੇਸ਼ ਵਗੈਰਾ ਨਹੀਂ ਹੈਗਾ। ਕਲੇਸ਼ ਤੋਂ ਫਿਰ ਉਹ ਸੋਚਦਾ ਕਿ ਉਹਨੂੰ ਇੱਕ ਬੜੀ ਪੁਰਾਣੀ ਜਿਹੜੀ ਗੱਲ ਯਾਦ ਆ ਜਾਂਦੀ ਹੈ। ਉਹ ਆਖਦਾ ਕਿ ਇੱਕ ਦਿਨ ਸਵੇਰ ਦਾ ਹੀ ਮੀਂਹ ਨਹੀਂ ਸੀ ਹਟ ਰਿਹਾ ਤੇ ਥੱਕਾ ਟੁੱਟਾ ਕੋਈ ਸਵਾਰੀ ਨਹੀਂ ਸੀ ਮਿਲੀ ਤੇ ਘਰ ਪਹੁੰਚਦਾ ਹੈ ਤੇ ਤਾਰੋ ਨੂੰ ਆ ਕੇ ਆਖਦਾ ਹੈ ਕਿ ਉਸ ਦੇ ਲਈ ਚਾਹ ਬਣਾਵੇ। ਤੇ ਤਾਰੋ ਨੇ ਅਜੇ ਚੁੱਲ੍ਹਾ ਵੀ ਨਹੀਂ
ਬਾਲਿਆ ਹੁੰਦਾ, ਥੋੜ੍ਹਾ ਜਿਹਾ ਉਹਦੇ ਨਾਲ ਖਿੱਚਦਾ ਵੀ ਆ ਕਿ ਤੂੰ ਅਜੇ ਤੱਕ ਚੁੱਲ੍ਹਾ ਨਹੀਂ ਬਾਲਿਆ। ਤੇ ਉਹ ਆਖਦੀ ਆ ਕਿ ਮੈਂ ਅਜੇ ਹੋਰ ਕੰਮ ਤੋਂ ਨਹੀਂ ਵਿਹਲੀ ਹੋਈ, ਕੋਈ ਗੱਲ ਨਹੀਂ, ਤੂੰ ਇੰਝ ਕਰ, ਉੱਥੋਂ ਹੱਟੀ ਤੋਂ ਥੋੜ੍ਹਾ ਗੁੜ ਫੜ ਲਿਆ। ਤੇ ਬੰਤਾ ਫਿਰ ਆਖਦਾ ਗੁੜ ਤਾਂ ਜੇ ਮੈਂ ਥੋੜ੍ਹੇ ਦਿਨ ਪਹਿਲਾਂ ਹੀ ਲੈ ਕੇ ਆਇਆ। ਤੇ ਫਿਰ ਬੰਤਾ ਸੋਚਦਾ ਕਿ ਘਰ ਲੱਗ ਗਿਆ ਹੋਵੇਗਾ ਤੇ ਗੁੜ ਲੈਣ ਚਲਾ ਜਾਂਦਾ ਹੈ। ਆ ਕੇ ਗੁੜ ਲੈ ਕੇ ਆਉਂਦਾ ਹੈ ਤੇ ਚਾਹ ਪੀਣ ਲੱਗਦਾ ਹੈ। ਤੇ ਤਾਰੋ ਆਖਦੀ ਹੈ ਕਿ ਉਹਨਾਂ ਦੇ ਘਰ ਇੱਕ ਵਿਆਹ ਦਾ ਕਾਰਡ ਆਇਆ ਹੈ, ਕੋਈ ਜੱਸੀ ਨਾਂ ਦਾ ਮੁੰਡਾ ਹੈ ਉਹਨਾਂ ਦਾ ਰਿਸ਼ਤੇਦਾਰ। ਤਾਰੋ ਆਖਦੀ ਹੈ ਕਿ ਆਪਣੇ ਕੋਲ ਤਾਂ ਨਹੀਂ ਜਾਇਆ ਜਾਣਾ, ਨਾ ਤਾਂ ਚੱਜ ਦੇ ਕੱਪੜੇ ਹੈਗੇ ਆ ਤੇ ਨਾ ਹੀ ਕੋਈ ਹੋਰ ਪੈਸਾ ਹੈਗਾ। ਬੰਤਾ ਉਹਨੂੰ ਆਖਦਾ ਤੂੰ ਕਿਉਂ ਫਿਕਰ ਕਰਦੀ ਹੈ, ਮੈਂ ਇੰਤਜ਼ਾਮ ਕਰਾਂਗਾ, ਆਪਾਂ ਵਿਆਹ 'ਤੇ ਜ਼ਰੂਰ ਜਾਵਾਂਗੇ। ਤੇ ਨਾਲ ਹੀ ਗੱਲ ਕਰਦਾ ਕਿ ਅੱਗੇ ਵੀ ਭੈਣਾਂ ਦੇ ਵਿਆਹ 'ਤੇ ਕਰਜ਼ਾ ਚੁੱਕਿਆ ਹੋਇਆ ਸੀਗਾ, ਉਹ ਵੀ ਤਾਂ ਮੈਂ ਉਤਾਰੇ ਹੀ ਆ ਨਾ। ਤੇ ਇਸੇ ਗੱਲ ਤੋਂ ਬੰਤਾ ਕਿਤੇ ਗੱਲ ਕਰ ਬੈਠਦਾ ਹੈ ਕਿ ਮੈਂ ਕਿਹੜਾ ਤੇਰੇ ਭਰਾਵਾਂ ਤੋਂ ਕੁਝ ਮੰਗਦਾ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀਗੀ ਕਿ ਤਾਰੋ ਫਿਰ ਉਦਾਸ ਹੋ ਜਾਂਦੀ ਆ ਜਾਂ ਕੋਈ ਗੱਲ ਕਰਦੀ ਹੈ। ਤੇ ਬੰਤਾ ਆਖਦਾ ਹੈ ਕਿ ਮੈਂ ਤਾਂ ਬਲਾਸ ਹੇਠਣੀ ਨਹੀਂ ਚਾਹੁੰਦਾ ਸੀਗਾ, ਪਰ ਬੇਬੀ ਮੇਰੇ ਮਗਰ ਪੈ ਗਈ ਸੀਗੀ ਕਿ ਤੂੰ ਵਿਆਹ ਕਰਵਾ ਲੈ। ਦੋਵਾਂ ਦੇ ਦਰਮਿਆਨ ਗੱਲ ਇੰਨੀ ਵੱਧ ਜਾਂਦੀ ਹੈ ਕਿ ਬੰਤਾ ਤਾਰੋ ਨੂੰ ਮਾਰ ਦਿੰਦਾ ਹੈ, ਦੋ ਚਾਰ ਤੱਫੇ ਮਾਰਦਾ ਹੈ, ਪਰ ਬੜਾ ਉਦਾਸ ਹੋ ਜਾਂਦਾ ਹੈ, ਫੁੰਮਣ ਰੋਣ ਲੱਗ ਜਾਂਦਾ ਹੈ। ਤੇ ਬੰਤਾ ਯਾਦ ਕਰਦਾ ਹੈ ਕਿ ਕਿਵੇਂ ਉਸ ਦਾ ਬਾਪੂ ਵੀ ਉਸ ਦੀ ਬੇਬੇ ਨੂੰ ਮਾਰਦਾ ਹੁੰਦਾ ਸੀਗਾ। ਤੇ ਜਦ ਉਹ ਆਪਣੇ ਬੇਬੇ ਦੇ ਗੱਲ ਲੱਗਦਾ ਸੀਗਾ ਤੇ ਬਾਪੂ ਨੂੰ ਆਖਦਾ ਸੀਗਾ ਤੂੰ ਬੇਬੇ ਦਾ ਬਣਦਾ ਹੈ। ਤੇ ਬੰਤਾ ਸੋਚਦਾ ਕਿ ਹਾਂ ਵਾਕਈ ਮੈਂ ਬਾਪੂ ਨੂੰ ਕਹਿੰਦਾ ਹੁੰਦਾ ਸੀ ਕਿ ਮੈਂ ਬੇਬੇ ਦਾ ਹੀ ਹਾਂ। ਉਹਨੂੰ ਉਹ ਗੱਲ ਵੀ ਯਾਦ ਆਈ। ਬੰਤਾ ਮਨ ਹੀ ਮਨ ਵਿੱਚ ਭਟਕਣ ਲੱਗ ਗਿਆ, ਸੋਚਣ ਲੱਗ ਗਿਆ ਕਿ ਮੈਂ ਕਿਉਂ ਮਾਰਿਆ। ਘਰੋਂ ਬਾਹਰ ਨਿਕਲ ਜਾਂਦਾ ਹੈ, ਸਿਗਰਟ ਦੀ ਡੱਬੀ ਫੜ ਲੈਂਦਾ ਹੈ, ਬਾਜ਼ਾਰ ਸੜਕਾਂ 'ਤੇ ਤੁਰਿਆ ਜਾ ਰਿਹਾ। ਫਿਰ ਉਹਦਾ ਧਿਆਨ ਆਉਂਦਾ ਹੈ ਕਿ ਕਿਉਂ ਨਾ ਦਿਆਲੇ ਵੱਲ ਜਾਇਆ ਜਾਵੇ। ਤੇ ਉਹ ਆਪਣੇ ਦੋਸਤ ਦਿਆਲੇ ਦੇ ਘਰ ਪਹੁੰਚ ਜਾਂਦਾ ਹੈ। ਦਿਆਲਾ ਅਕਸਰ ਇਕੱਲਾ ਹੀ ਰਹਿੰਦਾ ਸੀਗਾ। ਜਦ ਉਹ ਦਿਆਲੇ ਦੇ ਅੰਦਰ ਘਰ ਜਾਂਦਾ ਹੈ ਤੇ ਦਿਆਲਾ ਉੱਥੇ ਬੈਠਾ ਹੈ ਤੇ ਉਹਨੂੰ ਆਖਦਾ ਕਿ ਰਜਾਈ ਦੇ ਵਿੱਚ ਬੈਠ ਜਾ। ਉਹਨੂੰ ਗਿਲਾਫ ਦੇ ਦਿੰਦਾ ਤੇ ਉਹ ਲੈ ਕੇ ਬੈਠ ਜਾਂਦਾ ਹੈ। ਤੇ ਉਹਨੂੰ ਪੁੱਛਦਾ ਹੈ ਕਿ ਭਰਜਾਈ ਕਿੱਥੇ ਗਈ ਹੈ। ਤੇ ਉਹ ਆਖਦਾ ਉਹ ਪੇਕੇ ਗਈ ਹੈ। ਮਤਲਬ ਪਤਾ ਲੱਗਦਾ ਕਿ ਦਿਆਲਾ ਵੀ ਅਕਸਰ ਉਹਨੂੰ ਮਾਰਦਾ ਕੁੱਟਦਾ ਰਹਿੰਦਾ ਸੀਗਾ ਤੇ ਉਹ ਆਪਣੇ ਪੇਕੇ ਬਹੁਤਾ ਸਮਾਂ ਰਹਿੰਦੀ ਸੀਗੀ। ਜਦ ਉਹ ਗੱਲ ਕਰਦਾ ਹੈ ਬੰਤਾ ਦਿਆਲੇ ਨਾਲ ਕਿ ਮੈਂ ਵੀ ਤਾਰੋ ਨੂੰ ਅੱਜ ਇੰਝ ਮਾਰਿਆ ਹੈ, ਤੇ ਦਿਆਲਾ ਕੋਈ ਬਹੁਤੀ ਉਹਨੂੰ ਲੈਂਦਾ ਨਹੀਂ ਗਾ, ਵੱਡੀ ਗੱਲ ਨਹੀਂ ਸਮਝਦਾ। ਉਹਨੂੰ ਕਹਿੰਦਾ ਕੋਈ ਗੱਲ ਨਹੀਂ, ਛੋਟੀ ਗੱਲ ਆ, ਤੂੰ ਐਵੇਂ ਨਾ ਚਿੰਤਾ ਕਰ, ਮੈਂ ਤੇਰੇ ਲਈ ਚਾਹ ਬਣਾ ਕੇ ਲਿਆਉਣਾ ਹੈ। ਉਹ ਉੱਥੇ ਚੁੱਲ੍ਹੇ 'ਤੇ ਚਾਹ ਬਣਾਉਣ ਲੱਗ ਜਾਂਦਾ ਹੈ ਤੇ ਦੋਨੋਂ ਜਣੇ ਚਾਹ ਪੀਂਦੇ ਆ, ਗੱਲਾਂ ਕਰਦੇ ਆ। ਤੇ ਬੰਤੇ ਦਾ ਧਿਆਨ ਪਰ ਘਰ ਵਿੱਚ ਹੀ ਆ। ਉਹ ਸੋਚਦਾ ਕਿ ਖੌਰੇ ਤਾਰੋ ਨੇ ਰੋਟੀ ਵੀ ਖਾਧੀ ਆ ਜਾਂ ਨਹੀਂ ਖਾਧੀ। ਫਿਰ ਉਹ ਗੱਲ ਕਰਦਿਆਂ ਉਹਨੂੰ ਆਖਦਾ ਹੈ ਕਿ ਦਿਆਲਿਆ ਯਾਰ ਸਾਡਾ ਹਾਲ ਇੰਝ ਹੀ ਰਹੇਗਾ, ਆਪਾਂ ਇੰਝ ਹੀ ਮਰਦੇ ਰਹਾਂਗੇ। ਪਹਿਲਾਂ ਤਾਂ ਗੱਲ ਚੱਲਦੀ ਹੈ ਵੀ ਆਪਾਂ ਇੰਝ ਕਰੀਏ, ਸਵਾਰੀਆਂ ਕੋਲ ਪੈਸੇ ਵਧਾ ਦਈਏ। ਤਾਂ ਉਹ ਆਖਦੇ ਆ ਵੀ ਸਵਾਰੀਆਂ ਤਾਂ ਅੱਗੇ ਪੈਸੇ ਨਹੀਂ ਦਿੰਦੀਆਂ, ਹੋਰ ਪੈਸੇ ਵਧਾ ਦਿੱਤੇ ਤੇ ਬਿਲਕੁਲ ਨਹੀਂ ਕਿਸੇ ਨੇ ਬੈਠਣਾ ਰਕਸ਼ਿਤ। ਗੱਲਾਂ ਚਲਦੀਆਂ ਚਲਦੀਆਂ ਤੋਂ ਸੋਚਦੇ ਆ ਵੀ ਆਪਾਂ ਯੂਨੀਅਨ ਨਾਲ ਗੱਲ ਕਰੀਏ। ਉਹ ਆਖਦਾ ਮੈਂ ਆਪਣੀ ਯੂਨੀਅਨ ਨਾਲ ਗੱਲ ਕਰਾਂਗਾ, ਤੂੰ ਆਪਣੀ ਨਾਲ ਕਰੀ। ਫਿਰ ਸੋਚਦੇ ਆ ਕਿ ਜੇ ਦੋਵੇਂ ਯੂਨੀਅਨ ਮਿਲ ਜਾਣ ਤੇ ਸ਼ਾਇਦ ਸਾਡੇ ਵਰਗੇ ਲੋਕਾਂ ਦਾ ਕੋਈ ਭਲਾ ਹੋ ਸਕੇ। ਤੇ ਫਿਰ ਕੁਝ ਇਹੋ ਜਿਹੀਆਂ ਗੱਲਾਂ ਕਰਦੇ ਆ ਤੇ ਬੰਤੇ ਦਾ ਧਿਆਨ ਭਟਕਣਾ ਹੈ, ਘਰ ਵਿੱਚ ਹੀ ਲੱਗਾ ਹੈ ਕਿ ਖੋਰੇ ਤਾਰੋ ਨੇ ਰੋਟੀ ਖਾਧੀ ਆ ਜਾਂ ਨਹੀਂ ਖਾਧੀ। ਤੇ ਉਹਨੂੰ ਆਖਦਾ ਹੈ ਕਿ ਮੈਂ ਹੁਣ ਘਰ ਚਲੇ ਜਾਣਾ ਹੈ। ਦਿਆਲਾ ਉਹਨੂੰ ਆਖਦਾ ਹੈ ਕਿ ਮੈਂ ਉਹਨੂੰ ਛੱਡ ਕੇ ਆਉਣਾ ਹੈ। ਤੇ ਉਹਦਾ ਜਿਹੜਾ ਰਕਸ਼ਾ ਬਾਹਰ ਹੀ ਲੱਗਾ ਹੁੰਦਾ ਹੈ, ਉਹ ਉੱਥੋਂ ਸੰਗਲੀ ਜੀ ਜਿਹੜੀ ਆ ਉਹ ਉਤਾਰ ਲੈਂਦਾ ਹੈ ਤੇ ਉਹਨੂੰ ਆਖਦਾ ਕਿ ਤੂੰ ਬੈਠ, ਮੈਂ ਰਕਸ਼ਾ ਚਲਾਉਣਾ ਹੈ। ਪਹਿਲਾਂ ਤਾਂ ਦੋਵੇਂ ਜਿੱਦਦੇ ਆ, ਬੰਤਾ ਕਹਿੰਦਾ ਮੈਂ ਚਲਾਉਣਾ ਹੈ ਤੇ ਦਿਆਲਾ ਆਖਦਾ ਮੈਂ ਚਲਾਉਣਾ ਹੈ। ਫਿਰ ਆਖਰਕਾਰ ਦਿਆਲਾ ਹੀ ਚਲਾਉਣ ਲੱਗ ਜਾਂਦਾ ਤੇ ਬੰਤਾ ਪਿੱਛੇ ਬੈਠ ਜਾਂਦਾ ਹੈ। ਦਿਆਲਾ ਨਾਲ ਨਾਲ ਕੋਈ ਗੀਤ ਗਾ ਰਿਹਾ ਹੈ ਤੇ ਉਹ ਦੇਖ ਕੇ ਬੜਾ ਖੁਸ਼ ਹੋ ਰਿਹਾ ਬੰਤਾ। ਤੇ ਉਹ ਵੀ ਉਹਨੂੰ ਆਖਦਾ ਹੈ ਕਿ ਤੂੰ ਵੀ ਗਾ। ਬੰਤਾ ਆਖਦਾ ਮੈਂ ਤਾਂ ਹੀਰ ਗਾ ਸਕਦਾ ਹੈ। ਤੇ ਉਹਨੂੰ ਕਹਿੰਦਾ ਗਾ। ਬੰਤਾ ਆਖਦਾ ਨਹੀਂ, ਇੰਝ ਨਹੀਂ, ਹੀਰ ਇੰਝ ਥੋੜ੍ਹੀ ਗਾ ਲੈਣੀ ਆ। ਫਿਰ ਉਹ ਉਹਦਾ ਕਹਿਣਾ ਮੰਨਦਾ ਹੈ ਤੇ ਥੋੜ੍ਹਾ ਜਿਹਾ ਉਹ ਵੀ ਕੰਨ 'ਤੇ ਹੱਥ ਰੱਖ ਕੇ ਗਾਉਣ ਲੱਗ ਜਾਂਦਾ ਹੈ। ਆਖਰਕਾਰ ਉਹ ਘਰ ਪਹੁੰਚ ਜਾਂਦੇ ਆ ਤੇ ਬੰਤਾ ਘਰ ਪਹੁੰਚ ਕੇ ਆਵਾਜ਼ ਦਿੰਦਾ ਹੈ, ਤਾਰੋ ਆਉਂਦੀ ਹੈ ਤੇ ਉਹਨੂੰ ਆਖਦਾ ਕਿ ਰੋਟੀ। ਤੇ ਤਾਰੋ ਆਖਦੀ ਹੈ ਕਿ ਮੈਂ ਤਾਂ ਖਾ ਲਈ ਹੈ, ਤੂੰ ਖਾ ਲੈ। ਪਰ ਉਹਨੂੰ ਪਤਾ ਹੈ ਕਿ ਤਾਰੋ ਨੇ ਰੋਟੀ ਨਹੀਂ ਖਾਧੀ। ਬੰਤਾ ਉਹਦੇ ਇਸ ਗੁੱਸੇ ਤੋਂ ਬਹੁਤ ਹੀ ਉਦਾਸ ਹੋ ਜਾਂਦਾ ਉਹਨੂੰ ਦੇਖ ਕੇ। ਬੰਤਾ ਜੇ ਗੱਲਾਂ ਸੋਚ ਹੀ ਰਿਹਾ ਸੀਗਾ, ਉਹਦੇ ਮਨ 'ਚ ਸਾਰੀ ਫਿਲਮ ਚੱਲ ਹੀ ਰਹੀ ਸੀਗੀ ਕਿ ਤਾਰੋ ਉਹਨੂੰ ਆ ਕੇ ਜਗਾਉਂਦੀ ਹੈ ਤੇ ਆਖਦੀ ਹੈ ਕਿ ਤੂੰ ਅੱਜ ਕੰਮ 'ਤੇ ਨਹੀਂ ਜਾਣਾ। ਬੰਤਾ ਵੇਖਦਾ ਹਾਂ ਵਾਕਈ ਅੱਜ ਤਾਂ ਉਹ ਸੋਚਣ ਦੇ ਵਿੱਚ ਪਿਆ ਘਿਰਿਆ, ਵਾਕਈ ਲੇਟ ਹੋ ਗਿਆ। ਤੇ ਫਿਰ ਉਹਨੂੰ ਆਖਦਾ ਹੈ ਕਿ ਦੱਸ ਮੈਂ ਤੇਰੇ ਵਾਸਤੇ ਸ਼ਾਮੀ ਕੀ ਲੈ ਕੇ ਆਵਾਂ, ਅੱਜ ਨਵਾਂ ਸਾਲ ਹੈ। ਤੇ
ਤਾਰੋ ਆਖਦੀ ਮੈਂ ਤੈਨੂੰ ਦੱਸਿਆ ਸੀਗਾ ਮੈਨੂੰ ਕਿਸੇ ਵੀ ਚੀਜ਼ ਦੀ ਕੋਈ ਲੋੜ ਨਹੀਂ ਹੈਗੀ। ਬੰਤਾ ਫਿਰ ਰਕਸ਼ਾ ਕੱਢਦਾ ਹੈ ਤੇ ਜਾਣ ਲੱਗਦਾ ਹੈ ਤੇ ਫੁੰਮਣ ਆ ਕੇ ਬੈਠ ਜਾਂਦਾ ਕਿ ਮੈਨੂੰ ਥੋੜ੍ਹਾ ਜਿਹਾ ਝੂਟਾ ਬਾਪੂ ਉੱਥੋਂ ਤੱਕ ਦਵਾ ਲਿਆ। ਤੇ ਤਾਰੋ ਦੂਜੀਆਂ ਦੋਨਾਂ ਕੁੜੀਆਂ ਨੂੰ ਵੀ ਲੈ ਕੇ ਆ ਜਾਂਦੀ ਹੈ, ਨਾਲ ਹੀ ਆਖਦੀ ਹੈ ਕਿ ਮਤਰਈਆਂ ਤਾਂ ਨਹੀਂ, ਤੂੰ ਇਹਨਾਂ ਨੂੰ ਵੀ ਲੈ ਜਾ। ਬੰਤਾ ਫਿਰ ਬਾਜ਼ਾਰ ਚੌਂਕ ਤੀਕ ਉਹਨਾਂ ਬੱਚਿਆਂ ਨੂੰ ਲੈ ਜਾਂਦਾ ਹੈ ਤੇ ਜਦ ਘਰ ਛੱਡਣ ਆਉਂਦਾ ਤੇ ਤਾਰੋ ਦੇ ਚਿਹਰੇ ਤੇ ਉਹੋ ਹੀ ਮੁਸਕਰਾਹਟ ਦੇਖਦਾ ਹੈ ਜਿਹਦੀ ਉਹਨੂੰ ਤਲਾਸ਼ ਸੀਗੀ। ਬੰਤੇ ਦੇ ਵਿੱਚ ਫਿਰ ਜਿਹੜੀ ਆ ਉਹ ਇੱਕ ਊਰਜਾ ਉਹ ਭਰ ਜਾਂਦੀ ਹੈ ਤੇ ਦੁਪਹਿਰ ਦੀ ਰੋਟੀ ਖਾਣ ਮਗਰੋਂ ਥੋੜ੍ਹਾ ਆਰਾਮ ਕਰਨ ਮਗਰੋਂ ਉਹ ਫਿਰ ਤੀਜੀ ਜਿਹੜੀ ਆ ਆਪਣੇ ਸ਼ਿਫਟ ਲਗਾਉਣ ਵਾਸਤੇ ਘਰੋਂ ਚਲਾ ਜਾਂਦਾ ਹੈ। ਵਿਦਿਆਰਥੀਓ, ਹੁਣੇ ਆਪਾਂ ਪੜ੍ਹਿਆ ਨਿਰੰਜਨ ਤਸੀਮ ਹੋਰਾਂ ਦਾ ਨਾਵਲ ਇੱਕ ਹੋਰ ਨਵਾਂ ਸਾਲ ਦਾ ਕਾਂਡ ਦੂਜਾ ਦੁਪਹਿਰ। ਇਸ ਕਾਂਡ ਦੇ ਅਭਿਆਸ ਕਰਨ ਤੋਂ ਪਹਿਲਾਂ ਥੋੜ੍ਹੀ ਜਿਹੀ ਦੁਹਰਾਈ ਕਰ ਲਈਏ ਤਾਂ ਜੋ ਨਾਵਲ ਦੇ ਵਿੱਚ ਤੁਹਾਡੀ ਪਕੜ ਹੋਰ ਥੋੜ੍ਹੀ ਮਜ਼ਬੂਤ ਹੋ ਜਾਵੇ। ਨਾਵਲ ਦਾ ਜਦੋਂ ਕਾਂਡ ਦੂਜਾ ਆਪਾਂ ਪੜ੍ਹਨਾ ਸ਼ੁਰੂ ਕੀਤਾ ਸੀਗਾ ਤੇ ਬੰਤੇ ਦਾ ਪੁੱਤਰ ਫੁੰਮਣ ਦੌੜਦਾ ਹੋਇਆ ਆਇਆ ਸੀਗਾ ਤੇ ਆਉਂਦਿਆਂ ਹੀ ਰਕਸ਼ੇ ਦੀ ਟੱਲੀ ਵਜਾਉਣ ਲੱਗ ਗਿਆ ਸੀਗਾ, ਜਿਹੜਾ ਬੰਤੇ ਨੂੰ ਬਿਲਕੁਲ ਹੀ ਚੰਗਾ ਨਹੀਂ ਸੀ ਲੱਗਦਾ। ਕਿਉਂ ਕਿ ਬੰਤਾ ਉਸਦੇ ਭਵਿੱਖ ਦੀ ਚਿੰਤਾ ਕਰਦਾ ਹੈ। ਉਹ ਸੋਚਦਾ ਹੈ ਕਿਤੇ ਫੁੰਮਣ ਵੀ ਉਸ ਵਾਂਗ ਰਿਕਸ਼ਾ ਚਾਲਕ ਹੀ ਨਾ ਬਣ ਜਾਵੇ, ਉਹ ਤਾਂ ਉਹਨੂੰ ਚੰਗੇ ਅਹੁਦੇ ਤੇ ਦੇਖਣਾ ਚਾਹੁੰਦਾ ਹੈ। ਉਸ ਦੇ ਲਈ ਤਾਰੋ ਰੋਟੀ ਲੈ ਕੇ ਆਉਂਦੀ ਹੈ, ਸਰੋਂ ਦਾ ਸਾਗ ਹੈ, ਨਾਲ ਮੱਕੀ ਦੀ ਰੋਟੀ ਹੈ, ਗਲਗਲ ਆ ਤੇ ਨਾਲ ਹਰੀਆਂ ਮਿਰਚਾਂ। ਬੰਤੇ ਨੂੰ ਉਹ ਰੋਟੀ ਬੜੀ ਚੰਗੀ ਲੱਗਦੀ ਹੈ। ਰੋਟੀ ਖਾਂਦਾ ਬੰਤਾ ਤਾਰੋ ਦਾ ਚਿਹਰਾ ਦੇਖਦਾ ਹੈ ਤੇ ਉਸ ਦੇ ਚਿਹਰੇ ਤੋਂ ਬੜੇ ਚਿਰਾਂ ਦੀ ਗੁਆਚੀ ਖੁਸ਼ੀ ਜਿਹੜੀ ਆ ਉਹ ਲੱਭਦਾ ਪਿਆ, ਪਰ ਉਹ ਖੁਸ਼ੀ ਲੱਭਦੀ ਨਹੀਂ। ਬੰਤਾ ਚਾਹੁੰਦਾ ਤਾਰੋ ਉਹਦੇ ਨਾਲ ਗੱਲਾਂ ਕਰੇ, ਪਰ ਤਾਰੋ ਉਹਦੇ ਨਾਲ ਗੱਲਾਂ ਨਹੀਂ ਕਰਦੀ। ਬੰਤਾ ਫਿਰ ਧੁੱਪੇ ਕੁਝ ਚਿਰ ਆਰਾਮ ਕਰਨ ਬਾਰੇ ਸੋਚਦਾ ਹੈ ਤੇ ਉਹਦਾ ਪੁੱਤਰ ਫੁੰਮਣ ਉਸ ਕੋਲ ਆ ਜਾਂਦਾ ਹੈ ਤੇ ਉਹਨੂੰ ਆਖਦਾ ਕਿ ਬਾਪੂ ਮੈਨੂੰ ਪਾਠ ਪੜ੍ਹਾ ਦੇ। ਬੰਤਾ ਪੁੱਛਦਾ ਕਿਹੜਾ ਪਾਠ, ਤੇ ਫੁੰਮਣ ਦੱਸਦਾ ਹੈ ਆਪਣਾ ਦੇਸ਼। ਬੰਤਾ ਕਹਿੰਦਾ ਠੀਕ ਹੈ ਮੈਂ ਪਾਠ ਪੜ੍ਹਾ ਦਿੰਦਾ ਹੈ। ਪਾਠ ਪੜ੍ਹਾਉਂਦਿਆਂ ਦੱਸਦਾ ਕਿ ਬੇਟਾ ਸਾਡਾ ਦੇਸ਼ ਮਹਾਨ ਦੇਸ਼ ਹੈ, ਰਿਸ਼ੀਆਂ ਮੁਨੀਆਂ ਦਾ ਦੇਸ਼ ਹੈ ਤੇ ਇੱਥੇ ਰਾਜੇ ਮਹਾਰਾਜੇ ਰਾਜ ਨਹੀਂ ਕਰਦੇ, ਲੋਕ ਰਾਜ ਹੈ ਇੱਥੇ। ਤੇ ਉਹ ਸਾਰੇ ਇਹ ਆਖਦੇ ਨੇ ਕਿ ਅਸੀਂ ਗਰੀਬੀ ਨੂੰ ਦੂਰ ਕਰਾਂਗੇ, ਪ੍ਰਣ ਲੈਂਦੇ ਹਾਂ। ਫਿਰ ਆਖਦਾ ਕਿ ਪੁੱਤਰ ਬਾਕੀ ਦਾ ਪਾਠ ਤੂੰ ਆਪਣੇ ਮਾਸਟਰ ਕੋ ਪੜ੍ਹ ਲਵੀਂ, ਕਿਉਂਕਿ ਤੇਰਾ ਮਾਸਟਰ ਤਾਂ 10ਵੀਂ ਪਾਸ ਹੋਊ, ਮੈਂ ਤਾਂ 5ਵੀਂ ਚੋਂ ਨਹੀਂ ਲੰਘ ਸਕਿਆ। ਫੁੰਮਣ ਜਦ ਪੁੱਛਦਾ ਕਿ ਬਾਪੂ ਤੂੰ 5ਵੀਂ ਚੋਂ ਕਿਉਂ ਨਹੀਂ ਲੰਘ ਸਕਿਆ, ਉਹ ਦੱਸਦਾ ਗਰੀਬੀ ਬੁਰੀ ਬਲਾ ਹੈ ਪੁੱਤ, ਤਾਂ ਨਹੀਂ ਮੈਂ ਪੜ੍ਹ ਸਕਿਆ। ਬੰਤਾ ਫਿਰ ਆਪਣੇ ਅਤੀਤ ਵਿੱਚ ਚਲਾ ਜਾਂਦਾ ਹੈ, ਫੁੰਮਣ ਨੂੰ 10 ਪੈਸੇ ਦੇ ਦਿੰਦਾ ਕਿ ਤੂੰ ਹੁਣ ਇੱਥੋਂ ਚਲਾ ਜਾ। ਫਿਰ ਉਹ ਯਾਦ ਕਰਦਾ ਮੰਗਣੀ ਦਾ ਸਮਾਂ ਕਿ ਕਦੋਂ ਕਿਵੇਂ ਮੇਰੀ ਮੰਗਣੀ ਹੋਈ, ਕਿੰਨਾ ਹਾਲਾਤਾਂ ਦੇ ਵਿੱਚ, ਤੇ ਉਹ ਚਾਹੁੰਦਾ ਨਹੀਂ ਸੀ ਅਜੇ ਵਿਆਹ ਕਰਵਾਉਣਾ, ਪਰ ਬੇਬੇ ਉਹਦੀ ਵਾਰ-ਵਾਰ ਕਹਿਣ ਲੱਗ ਗਈ ਕਿ ਬੰਤੇ ਤੂੰ ਵਿਆਹ ਕਰਵਾ ਲਾ। ਤੇ ਉਹ ਚਾਹੁੰਦਾ ਸੀ ਭੈਣਾਂ ਦੇ ਵਿਆਹ 'ਤੇ ਜਿਹੜਾ ਕਰਜ਼ਾ ਲਿਆ ਹੈ ਉਹ ਉਤਰ ਜਾਵੇ, ਫਿਰ ਉਹ ਵਿਆਹ ਕਰਾਵੇ, ਪਰ ਉਸਨੂੰ ਬੇਬੇ ਦੀ ਮੰਨਣੀ ਪਈ। ਵਿਆਹ ਤੋਂ ਕੁਝ ਚਿਰ ਮਗਰੋਂ ਹੀ ਤਾਰੋ ਉਦਾਸ ਹੋ ਗਈ, ਕਾਰਨ ਉਸ ਦੀ ਬੇਬੇ ਨੇ ਕੁਝ ਉਹਦੇ ਟਰੰਕ ਦੇ ਵਿੱਚੋਂ ਗਹਿਣੇ ਤੇ ਹੋਰ ਕੱਪੜੇ ਬੰਤੇ ਦੀਆਂ ਭੈਣਾਂ ਨੂੰ ਦੇ ਦਿੱਤੇ ਸੀਗੇ। ਬੰਤੇ ਨੇ ਸਮਝਾਇਆ ਤੇ ਤਾਰੋ ਫਿਰ ਉਸ ਪਰਿਵਾਰ ਵਿੱਚ ਰਚ ਮਿਚ ਗਈ। ਉਸ ਤੋਂ ਬਾਅਦ ਉਹ ਯਾਦ ਕਰਦਾ ਕਿ ਕਦੋਂ ਉਹ ਛਾਟਾ ਸਾਹਿਬ ਗੁਰਦੁਆਰੇ ਵੀ ਗਏ ਤੇ ਉੱਥੇ ਕਿਵੇਂ ਉਹਨਾਂ ਨੇ ਪ੍ਰਸ਼ਾਦ ਖਾਧਾ ਤੇ ਨਾਲ ਹੀ ਲੰਗਰ ਛਕਿਆ ਤੇ ਆਪਣਾ ਉਹ ਇੱਕ ਫੁੱਲ ਵੀ ਉਹਨੇ ਪੱਗ ਦੇ ਵਿੱਚ ਲਗਾਇਆ। ਤੇ ਫਿਰ ਉਹ ਦੱਸਦਾ ਕਿ ਜਦੋਂ ਪਰਿਵਾਰ ਉਹਦਾ ਵੱਧ ਗਿਆ, ਬੱਚੇ ਆ ਗਏ ਤੇ ਪੈਸੇ ਦੀ ਘਾਟ ਹੋਣੀ ਸ਼ੁਰੂ ਹੋ ਗਈ, ਕਿਉਂਕਿ ਲੋੜਾਂ ਵੱਧ ਗਈਆਂ ਸੀਗੀਆਂ। ਇੱਕ ਦਿਨ ਉਹਨਾਂ ਦੇ ਘਰ ਇੱਕ ਜੱਸੀ ਤੇ ਵਿਆਹ ਦਾ ਕਾਰਡ ਆਇਆ ਸੀਗਾ ਤੇ ਤਾਰੋ ਆਖਣ ਲੱਗੀ ਕਿ ਆਪਾਂ ਨਹੀਂ ਜਾਣਾ, ਤੇ ਬੰਦਾ ਕਹਿੰਦਾ ਵੀ ਕੋਈ ਗੱਲ ਨਹੀਂ, ਤੂੰ ਚਿੰਤਾ ਨਾ ਕਰ, ਮੈਂ ਉਸ ਵਿਆਹ ਤੇ ਤੈਨੂੰ ਜ਼ਰੂਰ ਲੈ ਕੇ ਜਾਵਾਂਗਾ। ਗੱਲ ਇਤਨੀ ਤਲਖੀ ਵੱਧ ਗਈ ਕਿ ਬੰਤਾ ਤਾਰੋ ਨੂੰ ਮਾਰ ਦਿੰਦਾ। ਉਹਨੂੰ ਮਾਰਨ ਤੋਂ ਬਾਅਦ ਯਾਦ ਕਰਦਾ ਉਹਦਾ ਬਾਪੂ ਵੀ ਕਿਵੇਂ ਉਹਦੀ ਬੇਬੇ ਨੂੰ ਮਾਰਦਾ ਹੁੰਦਾ ਸੀਗਾ। ਬੰਤਾ ਇਸ ਗੱਲ ਦੀ ਮਨ ਤੇ ਬੜੀ ਭਟਕਣਾ ਲੈ ਲੈਂਦਾ ਹੈ ਤੇ ਭਟਕਣਾ ਦਾ ਸ਼ਿਕਾਰ ਹੋਇਆ ਆਪਣੇ ਦੋਸਤ ਦਾਲੇ ਕੋਲ ਚਲਾ ਜਾਂਦਾ ਹੈ। ਉਹਦੇ ਨਾਲ ਗੱਲਾਂ ਕਰਦੇ ਗਰੀਬੀ ਨੂੰ ਦੂਰ ਕਰਨ ਦੀ ਗੱਲ ਕਰਦੇ ਨੇ ਕਿ ਗਰੀਬੀ ਕਦ ਦੂਰ ਹੋਵੇਗੀ, ਸਾਡੀਆਂ ਮੁਸ਼ਕਲਾਂ ਦਾ ਹੱਲ ਕਿੱਦਾਂ ਹੋਵੇਗਾ। ਉਹ ਸੋਚਦੇ ਨੇ ਕਿ ਯੂਨੀਅਨ ਇੱਕ ਹੋ ਜਾਣ ਸਾਰੀਆਂ, ਸ਼ਾਇਦ ਫਿਰ ਸਾਡੀਆਂ ਮੁਸ਼ਕਲਾਂ ਦਾ ਹੱਲ ਨਿਕਲ ਜਾਵੇ। ਬੰਤਾ ਫਿਰ ਯਾਦਾਂ ਚੋਂ ਨਿਕਲ ਜਾਂਦਾ ਹੈ ਤੇ ਆਪਣੇ ਕੰਮ ਤੇ ਵਾਪਸ ਚਲਾ ਜਾਂਦਾ ਹੈ। ਇਹ ਸੀ ਬੇਟਾ ਇੱਕ ਸੰਖੇਪ ਜੀ ਦੁਹਰਾਈ ਨਾਵਲ ਦੀ ਕਾਂਡ ਦੂਜੇ ਦੁਪਹਿਰ ਦੀ। ਤੇ ਹੁਣ ਆਪਾਂ ਕਰਦੇ ਹਾਂ ਇਸ ਤੇ ਅਭਿਆਸ। ਹੁਣ ਆਪਾਂ ਕਰਦੇ ਹਾਂ ਇੱਕ ਹੋਰ ਨਵਾਂ ਸਾਲ ਨਾਵਲ ਦੇ ਭਾਗ 2 ਦੁਪਹਿਰ ਦੇ ਅਭਿਆਸ। ਪਹਿਲਾ ਸਵਾਲ, ਬੰਤੇ ਨੇ ਜਦ ਦੁਪਹਿਰ ਵੇਲੇ ਘਰ ਦੇ ਬਾਹਰ ਜਾ ਕੇ ਟੱਲੀ ਵਜਾਈ ਤਾਂ ਕੌਣ ਦੌੜ ਕੇ ਆਇਆ? ਉੱਤਰ, ਫੁੰਮਣ ਦੌੜ ਕੇ ਆਇਆ। ਦੂਸਰਾ ਸਵਾਲ, ਫੁੰਮਣ ਆਪਣੇ ਪਿਤਾ ਤੋਂ ਕਿਹੜਾ ਪਾਠ ਪੜ੍ਹਨਾ ਚਾਹੁੰਦਾ ਸੀ? ਉੱਤਰ, ਆਪਣਾ ਦੇਸ਼। ਤੀਜਾ ਸਵਾਲ, ਬੰਤੇ ਨੂੰ ਕਿਸ ਦਾ ਚੁੱਪ ਰਹਿਣਾ ਚੰਗਾ ਨਹੀਂ ਸੀ ਲੱਗਦਾ? ਇਸ ਦਾ ਉੱਤਰ ਹੈ ਆਪਣੀ ਪਤਨੀ ਤਾਰੋ ਦਾ। ਚੌਥਾ ਸਵਾਲ, ਬੰਤੇ ਨੂੰ ਆਪਣੀ ਕਿਹੜੀ ਮਾਮੀ ਸਭ ਤੋਂ ਵੱਧ ਚੰਗੀ ਲੱਗਦੀ ਸੀ? ਇਸ ਦਾ ਉੱਤਰ ਹੈ ਆਪਣੀ ਛੋਟੀ
ਮਾਮੀ। ਅਗਲਾ ਸਵਾਲ ਹੈ ਬੇਟਾ, ਬਸੰਤ ਪੰਚਮੀ ਵਾਲੇ ਦਿਨ ਬੰਤਾ ਆਪਣੀ ਬੇਬੇ ਅਤੇ ਪਤਨੀ ਨੂੰ ਕਿੱਥੇ ਲੈ ਕੇ ਗਿਆ? ਉੱਤਰ, ਛਿਹਾਟਾ ਸਾਹਿਬ ਗੁਰਦੁਆਰੇ। 6ਵਾਂ ਸਵਾਲ ਹੈ, ਬਸੰਤ ਪੰਚਮੀ 'ਤੇ ਬੰਤੇ ਨੇ ਖਾਣ ਲਈ ਚੁਆਨੀ ਦਾ ਕੀ ਖਰੀਦਿਆ? ਜਵਾਬ, ਪਕੌੜੇ ਖਰੀਦੇ। 7ਵਾਂ ਸਵਾਲ ਹੈ, ਦਿੱਲੀ ਤੋਂ ਅੰਮ੍ਰਿਤਸਰ ਮੈਚ ਖੇਡਣ ਆਈਆਂ ਕੁੜੀਆਂ ਦਾ ਸਮਾਨ ਕਿਸ ਨੇ ਚੋਰੀ ਕਰ ਲਿਆ ਸੀ? ਜਵਾਬ, ਨੱਥੂ ਰਿਕਸ਼ੇ ਵਾਲੇ ਨੇ। 8ਵਾਂ ਸਵਾਲ ਹੈ, ਰਿਕਸ਼ੇ ਵਾਲੇ ਕਿਸ਼ਨੇ ਦੀ ਇਮਾਨਦਾਰੀ ਤੋਂ ਖੁਸ਼ ਹੋ ਕੇ ਸਮਾਨ ਦੇ ਮਾਲਕ ਨੇ ਉਸ ਨੂੰ ਇਨਾਮ ਦੇ ਰੂਪ ਵਿੱਚ ਕੀ ਦਿੱਤਾ? ਉੱਤਰ, 10 ਰੁਪਏ। ਪਿਆਰੇ ਵਿਦਿਆਰਥੀਓ, ਮੈਂ ਇਹ ਆਸ ਰੱਖਦਾ ਹਾਂ ਕਿ ਤੁਸੀਂ ਨਾਵਲ ਦਾ ਦੂਸਰਾ ਕਾਂਡ ਚੰਗੀ ਤਰ੍ਹਾਂ ਸਮਝ ਲਿਆ ਅਤੇ ਜਿਹੜੇ ਅਭਿਆਸ ਦੱਸੇ ਆ ਉਹਨਾਂ ਨੂੰ ਤੁਸੀਂ ਆਪਣੀਆਂ ਕਾਪੀਆਂ 'ਤੇ ਨੋਟ ਕਰ ਲਵੋਗੇ ਅਤੇ ਨਾਲ ਹੀ ਯਾਦ ਕਰੋਗੇ। ਫਿਰ ਮਿਲਦੇ ਹਾਂ ਨਾਵਲ ਦਾ ਤੀਸਰਾ ਕਾਂਡ ਸ਼ਾਮ ਲੈ ਕੇ। ਧੰਨਵਾਦ।